जो तो प्रेम खिलन का चाऊ, सिर धर तली गली मेरी आओ। इत मार्ग पैर तरीजै, सिर दीजै कान ना कीजै। तेरे कवन कवन गुण कह कह गावा, तू साहिब गुणी निदाना। तुम्हारी महिमा बरन ना सको, तू ठाकुर ऊच भगवाना। बेसुमार अथाह अगणित अतुल, ज्यों बुलावो त्यों नानक दास बोले। ज्यों बुलावो त्यों नानक दास बोले। सज्जन सच्चा पातशाहू, सिर साहद साहू। जिस पास बैठिया सोही है, सबना दा वेसाहू। जिस पास बैठिया सोही है, सबना दा वेसाहू। सतनाम श्री वाहिगुरु साहिब जी। सोरठ महला पहला, घर पहला अष्टपदिया। चौतुकी एक ओंकार, सतगुर प्रसाद। दुबदा ना पढ़ो हर बिन होर ना पूजो। मड़ा मसान ना जाई, तृष्णा राच ना पर घर जावा। तृष्णा नाम बुझाई, दुबदा ना पढ़ो हर बिन होर ना पूजो। मड़ा मसान ना जाई, तृष्णा राच ना पर घर जावा। तृष्णा नाम बुझाई, घर भीतर घर गुरु दिखाया। सहज रत्ते मन पाई, तू आपे दाना आपे बीना। तू देवहे मत साई, मन बैराग रतो बैरागी। शब्द मन विद्या मेरी माई,
ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵ ਲਾਈ। ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵ ਲਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਰਮ ਸਤਿਕਾਰਯੋਗ ਸਾਹਿਬ ਸੱਚੇ ਪਾਤਸ਼ਾਹ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਅੱਜ ਅੰਮ੍ਰਿਤ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਤਾ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕਰੀ ਹੈ, ਇਸ ਦੀ ਵਿਚਾਰ ਆਪਾਂ ਸੀਮਤ ਸਮੇਂ ਵਿੱਚ ਰਹਿੰਦਿਆਂ ਹੋਇਆਂ ਸਰਵਣ ਕਰਨੀ ਹੈ। ਹੁਕਮਨਾਮਾ ਸਾਹਿਬ ਜੀ ਦਾ ਆਕਾਰ ਬਾਹਰੀ ਤੌਰ ਤੇ ਬਹੁਤ ਵੱਡਾ ਹੈ, ਪਰ ਫਿਰ ਵੀ ਆਪਾਂ ਪੰਗਤੀ ਦਰ ਪੰਗਤੀ ਵਿਚਾਰ ਕਰਦੇ ਜਾਵਾਂਗੇ। ਨਾਲ ਨਾਲ ਅੱਜ ਜੋ ਇਤਿਹਾਸਕ ਦਿਹਾੜਾ ਵੀ ਚੱਲ ਰਿਹਾ ਹੈ, ਜੋ 1984 ਦਾ ਘੱਲੂ ਘਾਰਾ, ਸੋ ਮਹਾਰਾਜ ਕਿਰਪਾ ਕਰੇ। ਆਓ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ, ਬੜੇ ਸ਼ਰਧਾ ਪਿਆਰ ਦੇ ਨਾਲ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸੁਣਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ ਚੌਤੁਕੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਉਚਾਰਨ ਕਰਿਆ। ਬਹੁਤ ਸਾਰੇ ਪਾਵਨ ਗੁਰਬਾਣੀ ਦੇ ਸ਼ਬਦ ਨੇ ਜਿਨ੍ਹਾਂ ਦੀ ਇਤਿਹਾਸਕ ਜਾਣ ਪਛਾਣ ਵੀ ਮਿਲਦੀ ਹੈ। ਹਿਸਟੋਰੀਕਲੀ ਇੰਟਰੋਡਕਸ਼ਨ ਜਿਸ ਨੂੰ ਆਪਾਂ ਕਹਿੰਦੇ ਹਾਂ, ਇਤਿਹਾਸਕ ਜਾਣ ਪਛਾਣ ਜਨਮ ਸਾਖੀਆਂ ਦੇ ਵਿੱਚ, ਤਵਾਰੀਖਾਂ ਦੇ ਵਿੱਚ ਜੋ ਪ੍ਰਾਤਨ ਗੁਰੂ ਖਾਲਸੇ ਦੇ ਇਤਿਹਾਸਕ ਗ੍ਰੰਥ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਜੋ ਇਸ ਦੀ ਇਤਿਹਾਸਕ ਜਾਣ ਪਛਾਣ ਹੈ, ਪਹਿਲੀ ਉਦਾਸੀ ਮਹਾਰਾਜ ਜੀ ਨੇ 12 ਸਾਲ ਦੀ ਕਰੀ, ਆਪਾਂ ਸਾਰੇ ਜਾਣਦੇ ਹਾਂ। ਪੂਰਬ ਦੀ ਉਦਾਸੀ 12 ਸਾਲ ਦੀ ਲੰਬੀ ਯਾਤਰਾ ਕਰਕੇ ਜਿਸ ਵੇਲੇ ਵਾਪਸ ਆਏ, ਨਨਕਾਣਾ ਸਾਹਿਬ ਵਿਖੇ
ਤੇ ਉਸ ਵਕਤ ਇੱਕ ਸਾਧੂਆਂ ਦੀ ਜਮਾਤ ਆਈ ਬਰਾਗੀਆਂ ਦੀ, ਤੇ ਉਹਨਾਂ ਗੁਰੂ ਨਾਨਕ ਪਾਤਸ਼ਾਹ ਨਾਲ ਬੜਾ ਪਿਆਰ ਕੀਤਾ, ਬਚਨ ਬਿਲਾਸ ਕੀਤੇ, ਤੇ ਕੁਝ ਉਹਨਾਂ ਨੇ ਆਪਣੀ ਵਿਚਾਰਧਾਰਾ ਰੱਖੀ। ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਬਹੁਤ ਉਪਦੇਸ਼ ਬਖਸ਼ਦੇ ਹੋ ਦੁਨੀਆ ਨੂੰ, ਪਰ ਸਾਡੀ ਇੱਕ ਬੇਨਤੀ ਹੈ ਵੀ ਇਹਨਾਂ ਨੂੰ ਤੁਸੀਂ ਕਰਮ ਕਾਂਡਾਂ ਦੇ ਵਿੱਚ ਲਾ ਕੇ ਇਹਨਾਂ ਦਾ ਭਲਾ ਕਰੋ। ਇਹ ਆਤਮਿਕ ਗਿਆਨ ਦੇ ਕਾਬਿਲ ਨਹੀਂ ਹਨ, ਇਹਨਾਂ ਨੂੰ ਆਤਮਿਕ ਸੋਝੀ ਨਹੀਂ ਪ੍ਰਾਪਤ ਹੋ ਸਕਦੀ। ਤੇ ਇਹ ਵਿਚਾਰਧਾਰਾ ਉਹਨਾਂ ਨੇ ਰੱਖੀ। ਉਹਨਾਂ ਦਾ ਜਵਾਬ ਦੇਣ ਵਾਸਤੇ, ਉੱਤਰ ਦੇਣ ਵਾਸਤੇ ਜੋ ਮਹਾਰਾਜ ਜੀ ਨੂੰ ਬਾਣੀ ਆਈ, ਧੁਰ ਕੀ ਬਾਣੀ ਆਈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਇਹ ਜਵਾਬ ਦਿੰਦਿਆਂ ਹੋਇਆਂ ਉਹਨਾਂ ਦੀ ਤਸੱਲੀ ਕਰਾਉਣ ਵਾਸਤੇ ਇਹ ਪਾਵਨ ਸ਼ਬਦ ਨਨਕਾਣਾ ਸਾਹਿਬ ਦੀ ਧਰਤੀ ਤੇ ਉਚਾਰਨ ਕਰਿਆ। ਸੋਰਠ ਮਹੱਲਾ ਪਹਿਲਾ। ਸੋਰਠ ਰਾਗਣੀ ਹੈ। ਜਦੋਂ ਸੰਗੀਤ ਆਚਾਰੀਆ ਦੇ ਅਨੁਸਾਰ ਆਪਾਂ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਰਾਗਮਾਲਾ ਦੇ ਵਿੱਚ ਵੀ 6ਵਾਂ ਰਾਗ ਮੇਘ ਹੈ, ਉਸ ਦੀ ਰਾਗਣੀ ਦੱਸੀ ਹੈ ਸਤਿਗੁਰੂ ਜੀ ਨੇ। ਖਸਟਮ ਮੇਘ ਰਾਗ ਵੈ ਗਾਵਹਿ, ਪੰਚੋ ਸੰਗ ਬਰੰਗਨ ਲਾਵਹਿ, ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵਹਿ ਆਸਾ ਗੁਣ ਗੁਨੀ। ਇਹ ਮੇਘ ਰਾਗ ਦੀ ਰਾਗਣੀ ਹੈ ਤੇ ਇਸ ਦੇ ਗਾਉਣ ਦਾ ਜੋ ਸਮਾਂ ਹੈ, ਰਾਤ ਦੇ 3 ਘੰਟੇ ਜਿਸ ਵੇਲੇ ਲੰਘ ਜਾਂਦੇ ਨੇ, ਇੱਕ ਪਹਿਰ, ਦੂਸਰਾ ਪਹਿਰ ਸ਼ੁਰੂ ਹੁੰਦਾ ਹੈ, ਤੇ ਉਸ ਵੇਲੇ ਇਸ ਨੂੰ ਸੰਗੀਤ ਆਚਾਰੀਆ, ਸੰਗੀਤਕਾਰ ਇਸ ਦਾ ਗਾਇਨ ਕਰਦੇ ਨੇ। ਤੇ ਪਾਵਨ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦੀ ਸ਼ੁਰੂਆਤ ਕਰੀ। 9ਵਾਂ ਅਸਥਾਨ ਹੈ ਇਸ ਦਾ। ਤੇ ਪਾਵਨ ਗੁਰਬਾਣੀ ਵਿੱਚ ਰਾਗ ਰਾਗਣੀ ਦਾ ਕੋਈ ਭੇਦ ਨਹੀਂ, ਸੱਚੇ ਪਾਤਸ਼ਾਹ ਨੇ ਫਰਕ ਨਹੀਂ ਮੰਨਿਆ। ਰਾਗ ਵੀ ਕਰਕੇ ਲਿਖਿਆ, ਰਾਗਣੀ ਵੀ ਲਿਖਿਆ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ 9ਵੇਂ ਅਸਥਾਨ ਤੇ ਇਹਨੂੰ ਰੱਖਿਆ ਹੈ ਪਾਵਨ ਗੁਰਬਾਣੀ ਦੇ ਵਿੱਚ। ਸੋਰਠ ਰਾਗ ਇਹ 31 ਰਾਗ ਨੇ ਗੁਰੂ ਪਿਆਰਿਓ, ਆਪ ਜੀ ਸਾਰੇ ਜਾਣਦੇ ਹੋ। ਪਾਵਨ ਗੁਰਬਾਣੀ ਵਿੱਚ ਜਿਹੜਾ ਮੁੱਖ ਸਿਰਲੇਖ ਆਇਆ ਹੈ, ਇਹ 9ਵਾਂ ਸਥਾਨ ਹੈ। ਤੇ ਇਸ ਦੀ ਜਿਹੜੀ ਗਿਣਤੀ ਹੈ, ਜੇ ਆਪਾਂ 31 ਰਾਗ ਹੀ ਯਾਦ ਕਰਨੇ ਹੋਣ ਤਾਂ ਫਿਰ ਗੁਰੂ ਪਿਆਰਿਓ ਉਂਝ ਤਾਂ ਯਾਦ ਕਰਨੇ ਔਖੇ ਹਨ। ਤੇ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੇ ਜਿਨ੍ਹਾਂ ਦੇ ਜਥੇ ਨੂੰ ਗੁਰੂ ਪਿਆਰਿਓ ਮੋਬਾਈਲ ਯੂਨੀਵਰਸਿਟੀ ਦਾ ਅਵਾਰਡ ਮਿਲਿਆ ਸੀ, ਚੱਲਦਾ ਫਿਰਦਾ ਮਹਾਂਵਿਦਿਆਲਾ। ਤੇ ਉਹਨਾਂ ਨੇ ਗੁਰੂ ਇਤਿਹਾਸ ਕਵਿਤਾ ਦੇ ਵਿੱਚ ਲਿਖਿਆ ਗੁਰਮੁਖ ਪ੍ਰਕਾਸ਼ ਗ੍ਰੰਥ। ਤੇ ਉਸ ਦੇ ਵਿੱਚ ਗੁਰੂ ਪਿਆਰਿਓ ਇਹ ਰਾਗਾਂ ਨੂੰ ਕਾਵਿ ਰੂਪ ਦੇ ਵਿੱਚ ਲਿਖ ਦਿੱਤਾ ਤਾਂ ਕਿ ਸਾਨੂੰ ਯਾਦ ਕਰਨਾ ਸੌਖਾ ਹੋ ਜਾਏ। ਲਿਟਰੇਚਰ ਦੀ BA ਕਰਦਿਆਂ ਹੋਇਆਂ ਬੈਚਲਰ ਡਿਗਰੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਇਹ 2 ਨੰਬਰ ਦਾ ਸਵਾਲ ਆਇਆ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ, ਉਹਨਾਂ ਦੇ ਨਾਮ ਲਿਖੋ। ਤੇ ਇਹ ਸਵਾਲ ਤੇ ਵਿਦਿਆਰਥੀ ਨਹੀਂ ਸੀ, ਹੱਲ ਨਹੀਂ ਸੀ ਕਰਦੇ, ਕਿਉਂਕਿ 31 ਰਾਗ ਲੜੀਵਾਰ ਯਾਦ ਕਰਨੇ ਔਖੇ। ਤੇ ਫਿਰ ਅਸੀਂ ਜੋ ਟਕਸਾਲ ਦੇ ਵਿੱਚ ਵਿੱਦਿਆ ਸਿੱਖੀ, ਉਹ ਕਵਿਤਾ ਅਸੀਂ ਉੱਥੇ ਲਿਖ ਦਿੱਤੀ ਗੁਰੂ ਪਿਆਰਿਓ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ, ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਬੜ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ, ਟੋਡੀ ਤੇ ਬਰਾੜੀ ਔ ਤਲੰਗ ਸੂਹੀ ਛਾਇਓ ਹੈ, ਬਲਾਵਲ ਤੇ ਗੌਂਡ ਰਾਮ ਕਲੀ ਨਟ ਮਾਲੀ ਗੌੜਾ, ਮਾਰੂ ਤੇ ਤੁਖਾਰੀ ਔ ਕਦਾਰ ਭੈਰੋ ਛਾਇਓ ਹੈ, ਬਸੰਤ ਸਾਰਗ ਮਲਾਰ ਕੰਨ ਰਾ ਕਣਿਆਣ, ਪ੍ਰਭਾਤੀ ਔ ਜੈਜਾਵੰਤੀ ਗੁਣ ਗਾਇਓ ਹੈ। ਇਹ ਕਵਿਤਾ ਉਹਨਾਂ ਮਹਾਂਪੁਰਸ਼ਾਂ ਨੇ ਲਿਖੀ
ਤੇ ਫਿਰ ਹੁਣ ਸੌਖਿਆਂ ਹੀ ਪਤਾ ਲੱਗ ਜਾਂਦਾ ਵੀ ਕਿਹੜਾ ਰਾਗ ਹੈ। ਕਵਿਤਾ ਤੋਂ ਆਪਾਂ ਗਿਣਤੀ ਕਰ ਲੈਂਦੇ ਹਾਂ, 9ਵਾਂ ਰਾਗ ਹੈ। 9 ਨੰਬਰ ਤੇ 9ਵਾਂ ਸਥਾਨ ਆਇਆ ਇਸ ਦਾ। ਪਹਿਲੇ ਘਰ ਸੁਰ ਤਾਲ ਦੇ ਵਿੱਚ ਸੱਚੇ ਪਾਤਸ਼ਾਹ ਨੇ ਇਸ ਦਾ ਗਾਇਨ ਕੀਤਾ ਹੈ। ਅਸ਼ਟਪਦੀਆਂ ਇਸ ਦੀਆਂ 8 ਪੌੜੀਆਂ ਨੇ, 8 ਹਿੱਸੇ ਨੇ ਸ਼ਬਦ ਦੇ। ਪੌੜੀ ਕਹਿੰਦੇ ਨੇ ਕਾਵਿ ਰੂਪ ਦੇ ਵਿੱਚ ਸ਼ਬਦ ਦੇ ਹਿੱਸੇ ਨੂੰ। ਤੇ ਚੌਤੁਕੀ 4-4 ਲਾਈਨਾਂ ਹੋਣਗੀਆਂ ਇੱਕ ਇੱਕ ਪੌੜੀ ਦੀਆਂ। ਇਸ ਤਰ੍ਹਾਂ ਮਹਾਰਾਜ ਜੀ ਸ਼ਬਦ ਉਚਾਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਗੇ ਸਤਿਗੁਰੂ ਜੀ ਹੁਣ ਮੰਗਲਾਚਰਨ ਕਰਦੇ ਨੇ। ਜਿਸ ਵੇਲੇ ਕਥਾ ਸਿੱਖੀ ਦੀ ਹੈ ਤੇ 4 ਤਰ੍ਹਾਂ ਦੇ ਮੰਗਲਾਚਰਨ ਦੱਸੇ ਜਾਂਦੇ ਨੇ ਔਰ 5 ਕਾਰਨ ਮੰਗਲ ਕਰਨ ਦੇ ਦੱਸੇ ਜਾਂਦੇ ਨੇ। ਤੇ 5 ਕਾਰਨ ਜ਼ਰੂਰੀ ਹੁੰਦੇ ਆ ਕਵੀ ਦੇ ਵਾਸਤੇ ਮੰਗਲ ਕਰਨਾ। ਤੇ ਇਹ ਜਿਹੜਾ ਮੰਗਲ ਹੈ ਗੁਰੂ ਪਿਆਰਿਓ, ਵਸਤੂ ਨਿਰਦੇਸ਼ ਰੂਪ ਮੰਗਲ ਹੈ। ਵਸਤੂ ਨਿਰਦੇਸ਼ ਰੂਪ ਮੰਗਲ ਉਹ ਹੁੰਦਾ ਜਿਸ ਵਿੱਚ ਆਪਣੇ ਪਿਆਰੇ ਦਾ ਨਿਰਣੇ ਪੂਰਵਕ ਪੂਰੇ ਵਿਸ਼ਵਾਸ ਤੇ ਭਰੋਸੇ ਦੇ ਨਾਲ ਜਸ ਕੀਤਾ ਜਾਵੇ, ਉਹਨੂੰ ਵਸਤੂ ਨਿਰਦੇਸ਼ ਰੂਪ ਮੰਗਲ ਕਹਿੰਦੇ ਨੇ। 4 ਤਰ੍ਹਾਂ ਦੇ ਮੰਗਲਾਂ ਦੀ ਵਿਚਾਰ ਇੱਕੋ ਹੀ ਥਾਂ ਪਾਵਨ ਗੁਰਬਾਣੀ ਵਿੱਚ ਆਈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਅਕਾਲ ਪੁਰਖ ਦੀ ਸੋਭਾ ਕਰਦੇ ਨੇ ਕਿ ਉਹ ਵਾਹਿਗੁਰੂ ਪਰਮਾਤਮਾ ਇੱਕ ਹੈ। ਇਹ ਨਿਰਣੇ ਪੂਰਵਕ ਜਸ ਹੈ ਵੀ ਉਸ ਵਰਗਾ ਹੋਰ ਕੋਈ ਨਹੀਂ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਵੀ ਵਾਹਿਗੁਰੂ ਤੇਰੀ ਉਪਮਾ, ਤੇਰਾ ਕੰਪੈਰੀਜ਼ਨ ਕਿਸੇ ਹੋਰ ਦੇ ਨਾਲ ਨਹੀਂ ਕੀਤਾ ਜਾ ਸਕਦਾ। ਕਿਸੇ ਤੁਲਨਾਤਮਕ ਅਧਿਐਨ ਜਿੱਦਾਂ ਅਸੀਂ ਕਾਲਜਾਂ ਦੇ ਵਿੱਚ ਪੜ੍ਹਦੇ ਹਾਂ, ਕਿਸੇ ਚੀਜ਼ ਨੂੰ ਕਿਸੇ ਨਾਲ ਤੋਲਿਆ ਜਾਂਦਾ ਹੈ, ਪਰ ਨਹੀਂ ਵਾਹਿਗੁਰੂ ਤੈਨੂੰ ਕਿਸੇ ਨਾਲ ਨਹੀਂ ਤੋਲ ਕੇ ਵੇਖ ਸਕਦੇ। ਤੂੰ ਇੱਕੋ ਹੀ ਹੈ, ਅਦੁੱਤੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਹਾਂਜੀ, ਓੰਕਾਰ। ਓੰਕਾਰ ਸਾਰੇ ਸੰਸਾਰ ਦਾ ਪ੍ਰਕਾਸ਼ਕ ਹੈ। ਓੰਕਾਰ ਉਸ ਵਾਹਿਗੁਰੂ ਦਾ ਇੱਕ ਨਾਮ ਹੈ। ਪਹਿਲਾਂ ਵੀ ਓੰਕਾਰ ਸੀਗਾ ਮੰਤਰ, ਕਿਉਂਕਿ 5000 ਸਾਲ ਪੁਰਾਣਾ ਮੰਦਰ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਕਿਨਾਰੇ ਤੇ ਓੰਕਾਰ ਦਾ ਹੈ, ਜਿੱਥੇ ਮਹਾਰਾਜ ਜੀ ਨੇ ਰਾਮਕਲੀ ਦੱਖਣੀ ਓੰਕਾਰ ਨਾਮੇ ਬਾਣੀ ਉਚਾਰੀ। ਓੰਕਾਰ ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਓੰਕਾਰ ਦੇ ਕਈ ਭੇਦ ਮੰਨੇ ਸੀ ਵਿਦਵਾਨਾਂ ਨੇ, ਪਰ ਮਹਾਰਾਜ ਨੇ ਏਕਾ ਲਾ ਕੇ ਫਰਕ ਮਿਟਾ ਦਿੱਤਾ ਵੀ ਉਹ ਵਾਹਿਗੁਰੂ ਇੱਕ ਹੈ। ਓੰਕਾਰ ਦਾ ਅਰਥ ਹੈ ਸਾਰੀ ਦੁਨੀਆ ਦਾ ਪ੍ਰਕਾਸ਼ਕ, ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ। ਉਹ ਕੌਣ ਹੈ? ਇੱਕੋ ਹੀ ਹੈ, ਕੋਈ ਬਹੁਤੇ ਪੈਦਾ ਕਰਨ ਵਾਲੇ ਨਹੀਂ, ਬਹੁਤੇ ਬਣਾਉਣ ਵਾਲੇ ਨਹੀਂ, ਕੇਵਲ ਇੱਕ ਵਾਹਿਗੁਰੂ ਹੈ। ਸਤਿਗੁਰ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਇੱਕ ਵਾਹਿਗੁਰੂ ਨਾਲ ਜੁੜਿਆ ਜਾਂਦਾ ਹੈ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਊਜੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਜੀ ਤੁਸੀਂ ਹੋਰ ਪਾਸੇ ਹੋਰ ਪੂਜਾ ਦੇ ਵਿੱਚ ਇਹਨਾਂ ਨੂੰ ਲਾ ਦਿਓ। ਵਾਹਿਗੁਰੂ ਦਾ ਬ੍ਰਹਮ ਗਿਆਨ ਇਹਨਾਂ ਨੂੰ ਹੋਣਾ ਦੁਨਿਆਵੀ ਲੋਕਾਂ ਨੂੰ ਬਹੁਤ ਔਖਾ ਹੈ। ਗੁਰੂ ਸਾਹਿਬ ਜੀ ਨੇ ਆਖਿਆ ਦੁਬਿਧਾ ਨਾ ਪੜੋ। ਅਸੀਂ ਦੁਬਿਧਾ ਦੇ ਵਿੱਚ ਕੁਝ ਪੜ੍ਹਦੇ ਵੀ ਨਹੀਂ ਜਿਨ੍ਹਾਂ ਦੇ ਨਾਲ ਦੁਬਿਧਾ ਪੈਦਾ ਹੋਵੇ। ਐਸੇ ਗ੍ਰੰਥਾਂ ਦਾ, ਐਸੀ ਵਿਚਾਰ ਦਾ ਅਸੀਂ ਪੜ੍ਹਨਾ ਨਹੀਂ ਕਰਦੇ। ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਹੋਰ ਕਿਸੇ ਦੀ ਹਰ ਬਿਨ ਹੋਰ ਨਾ ਪੂਜੋ। ਮੈਂ ਹੋਰ ਕਿਸੇ ਦੀ ਪੂਜਾ ਵੀ ਨਹੀਂ ਕਰਦਾ ਤੇ ਦੁਬਿਧਾ ਦੀ ਪੜ੍ਹਾਈ ਨਹੀਂ ਮੈਂ ਪੜ੍ਹਦਾ, ਕਿਉਂਕਿ ਸੰਸਾਰ ਜਿਹੜਾ ਦੁਬਿਧਾ ਦੀ ਪੜ੍ਹਾਈ ਪੜ੍ਹਦਾ, ਦੁਬਿਧਾ ਸ਼ਬਦ ਸੰਸਕ੍ਰਿਤ ਦਾ ਹੈ ਤੇ ਦੁਬਿਧਾ ਜਿਸ ਨੂੰ ਪੰਜਾਬੀ ਵਿੱਚ ਦੁਚਿੱਤਾਪੁਣਾ ਕਹਿੰਦੇ ਆ, ਅੰਗਰੇਜ਼ੀ ਭਾਸ਼ਾ ਵਿੱਚ ਡਿਊਲਟੀ ਆਖਦੇ ਨੇ। ਉਹ ਵੀ ਡੱਡੇ ਦੇ ਨਾਲ ਹੀ ਸ਼ੁਰੂ ਹੁੰਦਾ ਹੈ, ਡਿਊਲਟੀ, ਦੁਬਿਧਾ, ਦੁਚਿੱਤਾਪੁਣਾ। ਪਹਿਲਾ ਅੱਖਰ ਜਿਹੜਾ ਦੱਦਾ ਹੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਦੁਬਿਧਾ ਜਿਹੜੀ ਹੈ, ਦੁਬਿਧਾ ਦੀ ਪੜ੍ਹਾਈ ਗੁਰੂ ਪਿਆਰਿਓ ਜਿਹੜਾ ਪੜ੍ਹ ਲੈਂਦਾ ਉਹ ਆਪ ਵੀ ਪਾਗਲ ਹੋ ਜਾਂਦਾ ਤੇ ਦੂਸਰਿਆਂ ਨੂੰ ਵੀ ਪਾਗਲ ਕਰ ਦਿੰਦਾ ਹੈ ਤੇ ਦੁਬਿਧਾ ਆਪ ਵੀ ਝੱਲੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ, ਦੁਬਿਧਾ ਬੌਰੀ ਮਨ ਬਉਰਾਇਆ, ਝੂਠਾ ਲਾਲਚ ਜਨਮ ਗਵਾਇਆ,
ਲਪਟ ਰਹੀ ਫੁਨ ਬੰਧ ਨਾ ਪਾਇਆ, ਸਤਿਗੁਰ ਰਾਖੇ ਨਾਮ ਦ੍ਰਿੜਾਇਆ। ਰਾਗ ਪ੍ਰਭਾਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਦੁਬਦਾ ਆਪ ਵੀ ਝੱਲੀ ਆਪ ਵੀ ਪਾਗਲ ਹੈ, ਤੇ ਦੂਸਰਿਆਂ ਨੂੰ ਵੀ ਪਾਗਲ ਕਰ ਦਿੰਦੀ ਹੈ ਔਰ ਛੱਡਦੀ ਨਹੀਂ ਖਹਿੜਾ। ਜਿਵੇਂ ਇੱਕ ਪਾਗਲ ਬੰਦੇ ਦੇ ਵਿੱਚ ਤਾਕਤ ਹੁੰਦੀ ਆ, ਉਹ ਆਪ ਤੇ ਠੀਕ ਨਹੀਂ ਹੋ ਸਕਦਾ, ਦੂਸਰੇ ਤੇ ਆਪਣੇ ਪਾਗਲਪਨ ਦਾ, ਮੈਡਨੈਸ ਦਾ ਪ੍ਰਭਾਵ ਪਾ ਸਕਦਾ। ਇਨਸੈਨਿਟੀ ਜਿਹੜੀ ਹੈ, ਪਾਗਲਪਨ, ਉਹ ਦੂਸਰੇ ਤੇ ਪ੍ਰਭਾਵ ਪਾ ਸਕਦਾ ਹੈ। ਇਸੇ ਤਰ੍ਹਾਂ ਹੀ ਇਹ ਦੁਬਦਾ ਹੈ, ਦੁਬਦਾ ਦਾ ਬਹੁਤ ਵੱਡਾ ਪ੍ਰਭਾਵ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਦੁਬਦਾ ਦੀ ਪੜ੍ਹਾਈ ਮੈਂ ਪੜ੍ਹਦਾ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਨੇ ਆਖਿਆ, ਉਹ ਬੰਦਾ ਦੁਨੀਆ ਵਿੱਚ ਸੂਰਮਾ ਹੈ, ਉਹ ਬੰਦਾ ਸਭ ਤੋਂ ਮਹਾਨ ਹੈ, ਉਹ ਪਰਫੈਕਟ ਹੈ, ਪੂਰਾ ਹੈ, ਜਿਹੜਾ ਦੁਬਦਾ ਨੂੰ ਜਿੱਤ ਲੈਂਦਾ ਹੈ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਐਸਾ ਕੋਈ ਜੇ ਦੁਬਦਾ ਮਾਰ ਗਵਾਵੈ, ਦੁਬਦਾ ਮਾਰ ਰਾਜ ਜੋਗ ਕਮਾਵੈ। ਦੁਬਦਾ ਨੂੰ ਮਾਰਨ ਵਾਲਾ ਸਭ ਤੋਂ ਵੱਡਾ ਸੋਲਜਰ ਹੈ, ਸਭ ਤੋਂ ਵੱਡਾ ਸੂਰਮਾ, ਸਭ ਤੋਂ ਵੱਡਾ ਮਹਾਨ ਯੋਧਾ ਹੈ। ਜੇ ਦੁਬਦਾ ਹੈ ਤੇ ਫਿਰ ਸੂਰਮਤਾਈ ਵੀ ਨਹੀਂ ਆ ਸਕਦੀ। ਜਦੋਂ ਦੁਚਿੱਤਾਪੁਣਾ ਆ ਗਿਆ, ਫਿਰ ਕਿੱਥੋਂ ਸੂਰਮਤਾਈ ਆਉਣੀ ਹੈ? ਤੇ ਦੁਬਦਾ ਜਿੰਨਾ ਚਿਰ ਮਨ ਦੇ ਵਿੱਚ ਹੈ, ਉਨਾ ਚਿਰ ਪੂਰਨਤਾ ਵੀ ਨਹੀਂ ਆ ਸਕਦੀ। ਜਿਸ ਬੰਦੇ ਦੇ ਅੰਦਰ ਇੱਕ ਇਕਾਗਰਤਾ ਆ ਗਈ, ਦੁਬਦਾ ਖਤਮ ਹੋ ਗਈ, ਉਹੀ ਪੂਰਾ ਹੈ। ਪਰ ਮਹਾਰਾਜ ਜੀ ਪਾਵਨ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਨੇ ਵੀ ਦੁਬਦਾ ਜਿਹੜੀ ਹੈ ਆਪਣੇ ਆਪ ਨਹੀਂ ਮਰਦੀ ਪਿਆਰਿਓ, ਗੁਰੂ ਦੁਬਦਾ ਮਾਰਦਾ ਹੈ। ਦੁਬਦਾ ਤੇ ਫਤਿਹ ਪਾਉਣੀ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ। ਪਾਵਨ ਗੁਰਬਾਣੀ ਦੇ ਬਚਨ ਨੇ, ਗੁਰ ਦੁਬਦਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਜਿਸ ਦੀ ਗੁਰੂ ਦੁਬਦਾ ਮਾਰ ਦੇਵੇ, ਉਹ ਬ੍ਰਹਮ ਵਿਚਾਰੀ ਹੋ ਜਾਂਦਾ ਹੈ, ਉਸ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਆਪਣੇ ਆਪ ਜਿਹੜੀ ਦੁਬਦਾ ਹੈ ਗੁਰੂ ਪਿਆਰਿਓ, ਇਸ ਤੇ ਫਤਿਹ ਪਾਉਣਾ ਬਹੁਤ ਔਖਾ ਹੈ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਅਸੀਂ ਦੁਬਦਾ ਦੀ ਪੜ੍ਹਾਈ ਨਹੀਂ ਪੜ੍ਹਦੇ, ਨਾ ਆਪਣੇ ਸੇਵਕਾਂ ਨੂੰ ਪੜ੍ਹਾਉਂਦੇ ਹਾਂ, ਜਿਹੜੇ ਸਾਡੇ ਅਨਿਆਈ ਨੇ, ਜਿੰਨੇ ਵੀ ਸਾਡੀ ਸਿੱਖਿਆ ਨੂੰ ਲੈਣ ਵਾਲੇ ਨੇ, ਉਪਦੇਸ਼ ਨੂੰ ਲੈਣ ਵਾਲੇ ਨੇ, ਤੇ ਨਾ ਅਸੀਂ ਆਪ ਪੜ੍ਹਦੇ ਹਾਂ, ਨਾ ਹੋਰਨਾਂ ਨੂੰ ਪੜ੍ਹਾਉਂਦੇ ਹਾਂ, ਨਾ ਅਸੀਂ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਕਰਦੇ ਹਾਂ। ਮੜੈ ਮਸਾਨ ਨਾ ਜਾਈ, ਨਾ ਮੜੈ ਦਾ ਅਰਥ ਹੈ ਕਬਰ ਤੇ ਜਾਂਦੇ ਆ, ਨਾ ਕਿਸੇ ਮਸਾਨ ਤੇ ਜਾਂਦੇ ਆ। ਸ਼ਮਸ਼ਾਨ ਭੂਮਿਕਾ ਦੇ ਵਿੱਚ ਕਈ ਮਸਾਨ ਜਗਾਉਣ ਵਾਸਤੇ, ਮੰਤਰ ਜੰਤਰ ਕਰਨ ਵਾਸਤੇ ਜਾਂਦੇ ਨੇ। ਤੇ ਸੱਚੇ ਪਾਤਸ਼ਾਹ ਦਾ ਦੇਖੋ, ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਵਿੱਚ ਔਰ ਦਸਮ ਪਾਤਸ਼ਾਹ ਦੇ ਉਪਦੇਸ਼ ਵਿੱਚ ਕੋਈ ਰੱਤਾ ਜਿੰਨਾ ਵੀ ਡਿਫਰੈਂਸ ਨਹੀਂ, ਕੋਈ ਥੋੜਾ ਵੀ ਫਰਕ ਨਹੀਂ ਗੁਰੂ ਪਿਆਰਿਓ। ਗੁਰੂ ਨਾਨਕ ਪਾਤਸ਼ਾਹ ਵੀ ਆਖਦੇ ਨੇ, ਮੜੈ ਮਸਾਨ ਨਾ ਜਾਈ। 33 ਸਵਈਏ ਬਾਣੀ ਹੈ ਦਸਮ ਪਾਤਸ਼ਾਹ ਜੀ ਦੀ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਤੁਸੀਂ ਸੁਣ ਲਓ ਸਾਰੇ ਹੀ। ਮਹਾਰਾਜ ਜੀ ਆਖਦੇ ਨੇ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਗੋਰ ਮੜੀ ਦੀ ਗੱਲ ਗੁਰੂ ਦਸਮ ਪਾਤਸ਼ਾਹ ਵੀ ਕਰਦੇ ਨੇ, ਗੋਰ ਮੜੀ ਦੀ ਗੱਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ। ਤੇ ਕੋਈ ਫਰਕ ਤੇ ਨਹੀਂ, ਇੱਕੋ ਹੀ ਵਿਚਾਰਧਾਰਾ ਹੈ। ਕਿਉਂਕਿ ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਜੋਤ ਉਹੀ ਹੈ ਤੇ ਜੁਗਤ ਵੀ ਉਹੀ ਹੈ, ਕੇਵਲ ਸਰੀਰਾਂ ਦਾ ਫਰਕ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ, ਅਸੀਂ ਮੜੇ ਮਸਾਨ ਤੇ ਨਹੀਂ ਜਾਂਦੇ ਭਾਈ, ਇਸ ਤਰ੍ਹਾਂ ਦੀ ਪੂਜਾ ਨਾ ਕਰਦੇ ਆ, ਨਾ ਕਰਾਉਣ ਦਾ ਉਪਦੇਸ਼ ਦਿੰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ। ਧੰਨ ਗੁਰੂ ਨਾਨਕ ਦੇਵ ਜੀ ਆਖਦੇ ਨੇ, ਹੇ ਪਿਆਰੇ ਮਹਾਪੁਰਸ਼ੋ, ਪਿਆਰਿਓ ਸਾਧੂਓ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ। ਤ੍ਰਿਸ਼ਨਾ ਦੇ ਵਿੱਚ ਰਚ ਮਿਚ ਕੇ, ਤ੍ਰਿਸ਼ਨਾ ਵਿੱਚ ਲੀਨ ਹੋ ਕੇ ਅਸੀਂ ਪਰਾਏ ਘਰ ਦੇ ਵਿੱਚ ਨਹੀਂ ਮੈਂ ਜਾਂਦਾ, ਤੇ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ। ਕਿਉਂਕਿ ਤ੍ਰਿਸ਼ਨਾ ਜਿਹੜੀ ਹੈ ਬੁਝਦੀ ਤਾਂ ਕਿਸੇ ਬਿਰਲੇ ਬਿਰਲੇ ਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ,
ਜਿਸ ਦੀ ਬੁੱਝ ਜਾਂਦੀ ਹੈ ਗੁਰੂ ਪਿਆਰਿਓ, ਫਿਰ ਉਹਦੀ ਅਵਸਥਾ ਇਹ ਬਣ ਜਾਂਦੀ ਹੈ, ਉਹ ਹੋਰ ਪਾਸੇ ਦੀ ਝਾਕ ਛੱਡ ਦਿੰਦਾ ਹੈ। ਤ੍ਰਿਸ਼ਨਾ ਨਾਮ 부ਝਾਈ, ਤ੍ਰਿਸ਼ਨਾ 부ਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ। ਤ੍ਰਿਸ਼ਨਾ ਜਿਹੜੀ ਵਾਹਿਗੁਰੂ ਦੇ ਨਾਮ ਦੇ ਨਾਲ ਬੁਝਦੀ ਹੈ, ਤੇ ਤ੍ਰਿਸ਼ਨਾ ਨਾਮ 부ਝਾਈ। ਤੇ ਕਹਿਣ ਲੱਗੇ ਜੀ ਤੁਹਾਡੀ ਤ੍ਰਿਸ਼ਨਾ ਕਿਵੇਂ ਬੁਝ ਗਈ? ਵੱਡੇ ਵੱਡੇ ਯੋਗੀਆਂ ਮਹਾਤਮਾ ਦੀ ਇੱਛਾ ਬਣੀ ਰਹਿੰਦੀ ਹੈ, ਇੱਛਾ ਬੜੀ ਪ੍ਰਬਲ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੱਖੋ, ਅਸੀਂ ਨਾਮ ਜਪਿਆ, ਹਰ ਵੇਲੇ ਨਾਮ ਯਾਦ ਕਰਦੇ ਹਾਂ, ਤੇ ਨਾਮ ਦੇ ਸਿਮਰਨ ਦੀ ਤਾਕਤ ਦੇ ਨਾਲ ਸਾਡੀ ਤ੍ਰਿਸ਼ਨਾ ਬੁਝ ਗਈ ਹੈ। ਘਰ ਭੀਤਰ ਘਰ ਗੁਰੂ ਦਿਖਾਇਆ, ਤੇ ਮਹਾਰਾਜ ਕਹਿੰਦੇ ਇਸ ਅਵਸਥਾ ਦੇ ਵਿੱਚ ਕਿਵੇਂ ਜਾਇਆ ਜਾ ਸਕਦਾ? ਘਰ ਭੀਤਰ ਘਰ ਗੁਰੂ ਦਿਖਾਇਆ। ਪੂਰੇ ਗੁਰੂ ਨੇ, ਜਿਸ ਨੂੰ ਗੁਰੂ ਪਿਆਰਿਓ ਘਰ ਭੀਤਰ, ਭੀਤਰ ਦਾ ਅਰਥ ਹੁੰਦਾ ਵਿਚਕਾਰ, ਹਿੰਦੀ ਦਾ ਸ਼ਬਦ ਭੀਤਰ ਹੈ, ਇਹਨੂੰ ਪੰਜਾਬੀ 'ਚ ਮਹਾਰਾਜ ਜੀ ਨੇ ਤਦ ਭਾਵ ਦੇ ਵਿੱਚ ਬਦਲ ਕੇ ਭੀਤਰ ਬਣਾ ਦਿੱਤਾ। ਜਿਵੇਂ ਅੰਗਰੇਜ਼ੀ ਦੇ ਸ਼ਬਦ ਹਸਪੀਟਲ ਤੋਂ ਹਸਪਤਾਲ ਪੰਜਾਬੀ 'ਚ ਬਣ ਗਿਆ, ਸਟੇਸ਼ਨ ਤੋਂ ਟੇਸ਼ਨ ਬਣ ਗਿਆ, ਇਵੇਂ ਦੂਸਰੀ ਭਾਸ਼ਾ ਦੇ ਵਿੱਚ ਸ਼ਬਦ ਦਾ ਉਚਾਰਨ ਬਦਲ ਜਾਂਦਾ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਘਰ ਭੀਤਰ ਘਰ ਦੇ ਵਿੱਚ ਹੀ, ਸਰੀਰ ਰੂਪੀ ਘਰ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦਾ ਦਰਸ਼ਨ ਗੁਰੂ ਨੇ ਕਰਾ ਦਿੱਤਾ। ਸਹਿਜ ਰਤੇ ਮਨ ਭਾਈ, ਹੇ ਭਾਈ ਸਹਿਜ ਰਤੇ ਮਨ, ਉਸ ਵਿਅਕਤੀ ਦਾ ਮਨ ਸਹਿਜ ਦੇ ਵਿੱਚ ਰੰਗਿਆ ਜਾਂਦਾ ਹੈ। ਉਸ ਦੀ ਪਛਾਣ ਇਹ ਹੈ, ਜਿਹਨੂੰ ਗੁਰੂ ਅੰਦਰੋਂ ਦਰਸ਼ਨ ਕਰਾ ਦਿੰਦਾ, ਉਹ ਸਹਿਜ ਅਵਸਥਾ ਦਾ ਵਾਸੀ ਬਣ ਜਾਂਦਾ ਹੈ। ਉੱਥੇ ਨਾ ਭੁੱਖ ਹੈ, ਨਾ ਕੋਈ ਦੁੱਖ ਹੈ, ਨਾ ਕੋਈ ਡਰ ਹੈ, ਨਾ ਤੌਖਲਾ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੈ ਊਂਗ ਨਾ ਭੁੱਖ ਹੈ, ਹਰਿ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਐਸੀ ਅਵਸਥਾ ਜਿਹੜੀ ਹੈ ਪੂਰੇ ਗੁਰੂ ਦੀ ਕਿਰਪਾ ਨਾਲ ਬਣ ਜਾਂਦੀ ਹੈ। ਤੂੰ ਆਪੇ ਦਾਨਾ ਆਪੇ ਬਿਨਾ, ਸੱਚੇ ਪਾਤਸ਼ਾਹ ਜੀ ਫਿਰ ਦੱਸਦੇ ਨੇ, ਉਹ ਵਾਹਿਗੁਰੂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਤੂੰ ਆਪੇ ਦਾਨਾ, ਪਰਮਾਤਮਾ ਨੂੰ ਸੰਬੋਧਨ ਕਰਦੇ ਨੇ। ਦਾਨਾ ਤੇ ਬੀਨਾ ਫਾਰਸੀ ਭਾਸ਼ਾ ਦੇ ਸ਼ਬਦ ਨੇ, ਪਰਸ਼ੀਅਨ ਲੈਂਗੁਏਜ ਤੋਂ ਆਏ ਨੇ। ਤੇ ਗੁਰੂ ਪਿਆਰਿਓ, ਦਾਨਾ ਕਹਿੰਦੇ ਨੇ ਸਿਆਣੇ ਨੂੰ, ਤੇ ਬੀਨਾ ਹੁੰਦਾ ਹੈ ਦੇਖਣ ਵਾਲਾ। ਤੁਸੀਂ ਸ਼ਬਦ ਸੁਣਿਆ ਹੋਣਾ, ਖੁਰਦਬੀਨ, ਦੂਰਬੀਨ, ਇਹ ਫਾਰਸੀ ਦੇ ਸ਼ਬਦ ਨੇ, ਜਿਹੜੇ ਅੱਜ ਕੱਲ੍ਹ ਅੰਗਰੇਜ਼ੀ ਆ ਗਈ, ਟੈਲੀਸਕੋਪ ਹੋ ਗਿਆ, ਮਾਈਕਰੋਸਕੋਪ ਆ ਗਿਆ। ਪਹਿਲਾਂ ਫਾਰਸੀ ਦਾ ਪ੍ਰਭਾਵ ਹੋਇਆ ਕਰਦਾ ਸੀ। ਬੀਨ ਨਾਮ ਹੁੰਦਾ ਦੇਖਣ ਦਾ ਫਾਰਸੀ ਦੇ ਵਿੱਚ, ਤੇ ਬੀਨਾ ਹੋ ਗਿਆ ਦੇਖਣ ਵਾਲਾ, ਐਡਜੈਕਟਿਵ ਬਣ ਗਿਆ, ਵਿਸ਼ੇਸ਼ਣ ਬਣ ਗਿਆ। ਕਹਿੰਦੇ ਵਾਹਿਗੁਰੂ ਪਰਮਾਤਮਾ ਤੂੰ ਦਾਨਾ ਸਿਆਣਾ ਵੀ ਹੈ, ਤੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ। ਤੂੰ ਆਪੇ ਸੁਗੜ ਸਜਾਨੀ ਹੈ, ਤੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਵੇਖਣ ਵਾਲਾ ਨਹੀਂ। ਤੂੰ ਸਾਰਾ ਕੁਝ ਵੇਖਦਾ, ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ, ਤੇ ਤੂੰ ਸਾਰਾ ਕੁਝ ਵੇਖਣ ਵਾਲਾ। ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਆਖਦੇ ਨੇ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੇ ਮੇਰਾ ਸਾਈਂ ਜਿਹੜਾ ਸਿਆਣਾ ਵੀ ਹੈ ਤੇ ਸਭ ਕੁਝ ਵੇਖਣ ਵਾਲਾ ਵੀ ਹੈ। ਤੂੰ ਦੇਵਹਿ ਮਤ ਸਾਈ, ਤੇ ਸਾਈ ਦਾ ਅਰਥ ਹੈ ਉਹੀ ਮਤ ਪ੍ਰਾਪਤ ਹੁੰਦੀ ਹੈ ਜਿਹੜੀ ਵਾਹਿਗੁਰੂ ਤੂੰ ਦਿੰਦਾ। ਆਪਣੇ ਆਪ ਮੇਰੀ ਮਾਣ ਨਹੀਂਗਾ। ਇਹ ਇੱਕ ਅਵਸਥਾ ਹੈ ਗੁਰੂ ਪਿਆਰਿਓ, ਇੱਕ ਮਹਾਤਮਾ ਦੀ, ਸਤਿਪੁਰਸ਼ ਦੀ ਉੱਚੀ ਅਵਸਥਾ ਹੈ। ਇਸ ਅਵਸਥਾ ਦੇ ਵਿੱਚ ਕੋਈ ਵਿਰਲਾ ਵਿਅਕਤੀ ਪਹੁੰਚਦਾ ਹੈ। ਆਮ ਵਿਅਕਤੀ ਨੂੰ ਦੁਬਿਧਾ ਪੈ ਜਾਂਦੀ ਹੈ ਵੀ ਜੇ ਵਾਹਿਗੁਰੂ ਨੇ ਮੱਤ ਦੇਣੀ ਆ ਤੇ ਫਿਰ ਸਾਡਾ ਵਿੱਚ ਕੀ ਵਈ, ਸਾਡਾ ਕਰਮ ਕੀ ਹੋਇਆ। ਇਹ ਇੱਕ ਅਵਸਥਾ ਹੈ ਵੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਕਰਨਾ, ਔਰ ਮਨ ਦੇ ਵਿੱਚ ਕੋਈ ਮਾਣ ਨਾ ਹੋਣਾ, ਕਿਉਂਕਿ ਜ਼ੁਬਾਨ ਦੇ ਨਾਲ ਹੀ ਇਹ ਸਾਰੀਆਂ ਗੱਲਾਂ ਹੁੰਦੀਆਂ। ਜ਼ੁਬਾਨ ਦੇ ਨਾਲ ਕੀਤੇ ਹੋਏ ਬੋਲ ਗੁਰੂ ਪਿਆਰਿਓ ਕਈ ਵਾਰੀ ਬੰਦੇ ਨੂੰ ਲੈ ਡੋਬਦੇ ਨੇ, ਕਈ ਵਾਰੀ ਤਾਰ ਦਿੰਦੇ ਨੇ। ਸੋ ਸਾਹਿਬ ਸੱਚੇ ਪਾਤਸ਼ਾਹ ਇਹ ਸਾਨੂੰ ਵੀ ਸਿਖਾਉਂਦੇ ਨੇ ਕਿ ਵਾਹਿਗੁਰੂ ਤੂੰ ਦੇਵੈ ਮਤ ਸਾਈ, ਜਿਹੜੀ ਮਤ ਦਿਨਾ ਹੈ ਤੇਰੇ ਵਸ ਹੈ, ਮਤ ਸਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਨਤੈਨੀ। ਸਾਰੀਆਂ ਤਾਕਤਾਂ ਦਾ ਮਾਲਕ ਤੂੰ ਹੀ ਓ ਹੈ। ਮਨ ਬੈਰਾਗ ਰਤੋ ਬੈਰਾਗੀ, ਤੇ ਫਿਰ ਇਹ ਬਰਾਗੀਆਂ ਦਾ ਇਹ ਜਮਾਤ ਸੀ।
ਬਰਾਗੀਆਂ ਦਾ ਜਥਾ ਸੀਗਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਮਿਲਿਆ ਨਾ ਨਨਕਾਣਾ ਸਾਹਿਬ, ਜਿਨ੍ਹਾਂ ਨੂੰ ਮਹਾਰਾਜ ਨੇ ਸ਼ਬਦ ਉਚਾਰਿਆ। ਤੇ ਫਿਰ ਬਰਾਗੀ ਦੀ ਅਵਸਥਾ ਮਹਾਰਾਜ ਨੇ ਦੱਸੀ। ਸੱਚੇ ਪਾਤਸ਼ਾਹ ਆਖਦੇ ਨੇ ਮਨ ਬੈਰਾਗ ਰਤੋ ਬੈਰਾਗੀ, ਜਿਸ ਦਾ ਮਨ ਬੈਰਾਗ ਦੇ ਵਿੱਚ ਰੰਗਿਆ ਗਿਆ, ਜਿਸ ਦੇ ਮਨ ਵਿੱਚ ਬੈਰਾਗ ਆਇਆ, ਬਾਹਰੀ ਤੌਰ ਤੇ ਨਹੀਂ, ਤੇ ਉਹ ਬੈਰਾਗੀ ਆ ਜਿਸ ਦੇ ਮਨ ਦੇ ਵਿੱਚ ਬੈਰਾਗ ਲੱਗਿਆ। ਬੈਰਾਗ ਕਾਹਦਾ ਲੱਗਿਆ? ਪਰਮਾਤਮਾ ਦੇ ਦਰਸ਼ਨਾਂ ਦਾ ਚਾਅ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ। ਤੇ ਵਾਹਿਗੁਰੂ ਅਕਾਲ ਪੁਰਖ ਦੇ ਦਰਸ਼ਨਾਂ ਦੀ ਇੱਛਾ ਚਾਅ, ਐਸਾ ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਬੈਰਾਗੀ ਹੈ ਭਾਈ। ਸ਼ਬਦ ਮਨ ਬੀਦਿਆ ਮੇਰੀ ਮਾਈ। ਸੱਚੇ ਪਾਤਸ਼ਾਹ ਮਾਂ ਕਹਿ ਕੇ ਵੀ ਉਪਦੇਸ਼ ਦਿੰਦੇ ਨੇ, ਭੈਣ ਕਹਿ ਕੇ ਵੀ ਪਾਵਨ ਗੁਰਬਾਣੀ ਚ ਤੇ ਗੁਰੂ ਪਿਆਰੇ ਸਤਿਗੁਰੂ ਦੀ ਵਿਸ਼ੇਸ਼ਤਾ ਹੈ। ਭਰਾ ਕਹਿ ਕੇ ਵੀ ਉਪਦੇਸ਼ ਦਿੰਦੇ ਨੇ। ਜਿਵੇਂ ਗੁਰੂ ਮਹਾਰਾਜ ਜੀ ਦਾ ਸ਼ਬਦ ਤੁਸੀਂ ਸੁਣਿਆ, ਆਵਹੋ ਭੈਣੈ ਗੱਲ ਮਿਲ ਹੈ ਅੰਕ ਸਹੇਲੜੀ ਆਹ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਹ। ਇੱਥੇ ਮਾਂ ਕਹਿ ਕੇ ਉਪਦੇਸ਼ ਦਿੰਦੇ ਨੇ, ਹੇ ਮੇਰੀ ਮਾਂ, ਸ਼ਬਦ ਮਨ ਵੇਧਿਆ, ਜਿਸ ਦਾ ਸ਼ਬਦ ਦੇ ਦੁਆਰਾ ਮਨ ਵਿੰਨਿਆ ਗਿਆ ਗੁਰਸਿੱਖ ਦਾ, ਉਹ ਬੈਰਾਗੀ ਹੋ ਗਿਆ। ਸ਼ਬਦ ਦੇ ਵਿੱਚ ਤਾਕਤ ਹੈ, ਇਹ ਬੰਦੇ ਦੇ ਮਨ ਨੂੰ ਵਿੰਨ ਦਿੰਦਾ ਪੂਰੀ ਤਰ੍ਹਾਂ। ਸ਼ਬਦ ਦਾ ਵਿੰਨਿਆ ਹੋਇਆ ਮਨ ਫਿਰ ਇੱਧਰ ਉੱਧਰੋਂ ਭੱਜਣੋਂ ਹਟ ਜਾਂਦਾ ਹੈ। ਅੰਤਰ ਜੋਤ ਨਿਰੰਤਰ ਬਾਣੀ। ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਮਨ ਵਿੰਨਿਆ ਜਾਂਦਾ ਹੈ ਫਿਰ ਨਿਰੰਤਰ ਬਾਣੀ, ਲਗਾਤਾਰ। ਨਿਰੰਤਰ ਦਾ ਅਰਥ ਹੈ ਇੱਕ ਰਸ, ਹਿੰਦੀ ਦਾ ਸ਼ਬਦ ਹੈ, ਕੰਟੀਨਿਊਲੀ ਜਿਵੇਂ ਅੰਗਰੇਜ਼ੀ ਚ ਆਖਦੇ ਨੇ। ਲਗਾਤਾਰ ਬਾਣੀ ਚੱਲ ਪੈਂਦੀ ਹੈ ਤੇ ਅੰਦਰ ਉਸ ਦੇ ਜੋਤ ਜਗ ਪੈਂਦੀ ਹੈ। ਵਾਹਿਗੁਰੂ ਪਰਮਾਤਮਾ ਦੀ ਜੋਤ ਦਾ ਚਾਨਣਾ ਪ੍ਰਕਾਸ਼ ਹੋ ਜਾਂਦਾ ਹੈ। ਸਾਚੇ ਸਾਹਿਬ ਸਿਉ ਲਿਵ ਲਾਈ। ਐਸੇ ਵਿਅਕਤੀ ਨੇ ਸੱਚੇ ਸਾਹਿਬ ਦੇ ਨਾਲ ਲਿਵ ਲਾ ਲਈ, ਉਹਦੀ ਲਿਵ ਟੁੱਟਦੀ ਨਹੀਂ। ਕਿਉਂਕਿ ਦੁਨੀਆ ਵਿੱਚ ਦੋ ਹੀ ਰਸਤੇ ਨੇ, ਮਹਾਰਾਜ ਕਹਿੰਦੇ, ਇੱਕ ਲਿਵ ਦਾ ਹੈ, ਇੱਕ ਮਾਇਆ ਦਾ ਹੈ। ਲਿਵ ਧਾਤ ਦੋਏ ਰਾਹ ਹੈ। ਇੱਕ ਲਿਵ, ਤੇ ਲਿਵ ਸੱਚੀ ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ ਸਾਡੀ। ਜਿਸ ਵੇਲੇ ਲਿਵ ਲੱਗਦੀ ਹੈ ਤੇ ਫਿਰ ਗੁਰੂ ਪਿਆਰਿਓ ਜੀਵਨ ਸਫਲ ਹੁੰਦਾ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਐਸੀ ਜਿਹੜੀ ਅਵਸਥਾ ਹੈ, ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਸਾਚੇ ਸਾਹਿਬ ਸਿਉ ਲਿਵ ਲਾਈ, ਜਿਨ੍ਹਾਂ ਦੇ ਅੰਦਰ ਨਿਰੰਤਰ ਬਾਣੀ ਚੱਲ ਪੈਂਦੀ ਹੈ, ਉਹਨਾਂ ਨੇ ਸੱਚੇ ਸਾਹਿਬ ਦੇ ਨਾਲ ਐਸੇ ਗੁਰਸਿੱਖ ਨੇ ਲਿਵ ਲਾ ਲਈ ਹੈ ਪੱਕੀ ਆਪਣੀ। ਰਹਾਉ ਹਾਂਜੀ। ਅਸੰਖ ਬੈਰਾਗੀ ਕਹੇ ਬੈਰਾਗ। ਤੇ ਫਿਰ ਉਹ ਬੈਰਾਗ ਦੇ ਬਾਰੇ ਪੁੱਛਦੇ ਨੇ। ਗੁਰੂ ਮਹਾਰਾਜ ਜੀ ਆਖਦੇ ਅਸੰਖਾਂ ਹੀ, ਅਸੰਖ, ਸੰਖ ਗੁਰੂ ਪਿਆਰਿਓ ਗਿਣਤੀ ਦਾ ਸਭ ਤੋਂ ਵੱਡਾ ਜਿਹੜਾ ਇਹ ਆਪਣੇ ਰਕਮ ਹੈ, ਸਭ ਤੋਂ ਵੱਡੀ ਅਕਾਊਂਟੈਂਸੀ ਦੇ ਵਿੱਚ ਇਸ ਵੇਲੇ ਆਪਾਂ ਪੜ੍ਹਦੇ ਹਾਂ ਸੰਖ। ਤੇ ਅਸੰਖ ਦਾ ਅੱਗੇ ਐੜਾ ਲਾ ਕੇ ਵਿਰੋਧੀ ਸ਼ਬਦ ਬਣਾ ਦਿੱਤਾ ਵੀ ਅਣਗਿਣਤ ਹੀ, ਅਨਕਾਊਂਟੇਬਲ, ਅਣਗਿਣਤ ਹੀ ਜਿਹੜੇ ਬੈਰਾਗੀ ਨੇ ਉਹ ਕਹੇ ਹੈ ਬੈਰਾਗ। ਬੈਰਾਗ ਦੀ ਵਿਆਖਿਆ ਕਰਦੇ ਨੇ, ਬੈਰਾਗ ਬਾਰੇ ਦੱਸਦੇ ਨੇ। ਤੇ ਅਸੀਂ ਕਥਾ ਸਿੱਖਦਿਆਂ ਹੋਇਆਂ ਗੁਰੂ ਪਿਆਰਿਓ 9 ਤਰ੍ਹਾਂ ਦਾ ਬੈਰਾਗ ਇੱਕ ਪੜ੍ਹਿਆ। ਕਾਰਨ ਬੈਰਾਗ, ਮੰਦ ਬੈਰਾਗ, ਏਕ ਇੰਦਰੀ ਵਿਰਾਗ, ਜਤਮਾਨ ਵਿਰਾਗ, ਤੀਬਰ ਵਿਰਾਗ, ਤਰ ਤੀਬਰ ਵਿਰਾਗ, ਤਰ ਤੀਬਰ ਤਰਤਮ ਵਿਰਾਗ। ਇਸ ਤਰ੍ਹਾਂ ਹੀ ਪੰਜਾਬੀ ਸਾਹਿਤ ਵਿੱਚ ਅਸੀਂ ਪੜ੍ਹਿਆ ਆਪਣੇ ਗਧਾ ਵਿਰਾਗ, ਘੋੜਾ ਵਿਰਾਗ, ਸ਼ੇਰ ਵਿਰਾਗ। ਕਈ ਰੂਪ ਨੇ ਵਿਰਾਗ ਦੇ, ਅਨੇਕਾਂ ਇਹਦੀਆਂ ਵੱਖਰੀਆਂ ਵੱਖਰੀਆਂ ਗੁਰੂ ਪਿਆਰਿਓ ਜਿਹੜੇ ਆਕਾਰ ਵੱਖਰੇ ਵੱਖਰੇ ਸਰੂਪ ਬਿਆਨ ਕੀਤੇ ਨੇ ਵਿਰਾਗੀਆਂ ਨੇ। ਸੱਚੇ ਪਾਤਸ਼ਾਹ ਜੀ ਆਖਦੇ ਨੇ ਅਸੰਖਾਂ ਹੀ ਵਿਰਾਗੀ ਵਿਰਾਗ ਦਾ ਕਥਨ ਕਰਦੇ ਨੇ। ਸੋ ਬੈਰਾਗੀ ਜੇ ਖਸਮੈ ਭਾਵੈ। ਅਸਲ ਦੇ ਵਿੱਚ ਉਹ ਵਿਰਾਗੀ ਹੈ, ਸਭ ਤੋਂ ਵੱਡਾ ਤਿਆਗੀ ਹੈ। ਤੇ ਜੇ ਖਸਮੈ ਭਾਵੈ, ਜੇ ਖਸਮ ਅਕਾਲ ਪੁਰਖ ਨੂੰ ਭਾ ਜਾਏ, ਉਹ ਸਭ ਤੋਂ ਵੱਡਾ ਵਿਰਾਗੀ ਤੇ ਤਿਆਗੀ ਹੋ ਸਕਦਾ। ਵੀ ਉਹਨੂੰ ਕਿਸੇ ਕਿਸਮ ਦੇ ਨਾਲ, ਵਿਰਾਗੀ ਦਾ ਅਰਥ ਹੈ ਕਿਸੇ ਨਾਲ ਕੋਈ ਮੋਹ ਨਹੀਂ, ਕਿਸੇ ਗੱਲ ਦੇ ਨਾਲ ਅਟੈਚਮੈਂਟ ਨਹੀਂ ਰਹਿ ਗਈ, ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਰਹਿ ਗਿਆ। ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਉਹ ਵੈਰਾਗੀ ਹੈ ਭਾਈ। ਹਿਰਦੈ ਸ਼ਬਦ ਸਦਾ ਭੈ ਰਚਿਆ। ਫਿਰ ਵੈਰਾਗੀ ਦੀ ਹੋਰ ਅੱਗੇ ਵਿਆਖਿਆ ਕਰਦੇ ਨੇ, ਹਿਰਦੈ ਸ਼ਬਦ,
ਸਦਾ ਭੈ ਰਚਿਆ। ਸ਼ਬਦ ਦੇ ਦੁਆਰਾ ਹਿਰਦੇ ਦੇ ਵਿੱਚ ਭੈ ਦੇ ਵਿੱਚ ਰਹਿੰਦਾ ਹੈ, ਹੰਕਾਰ ਨਹੀਂ ਕਰਦਾ, ਕਿਉਂਕਿ ਭੈ ਦੇ ਨਾਲ ਅਕਾਲ ਪੁਰਖ ਦੀ ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਇੱਕ ਵਾਹਿਗੁਰੂ ਦਾ ਭੈ, ਇੱਕ ਸੰਸਾਰੀ ਡਰਿਆ, ਉਹਦੇ ਨਾਲ ਕੋਈ ਇਕਾਗਰਤਾ ਨਹੀਂ ਆਉਂਦੀ ਮਨੁੱਖ ਦੇ ਵਿੱਚ। ਜਦੋਂ ਵਾਹਿਗੁਰੂ ਦਾ ਭੈ ਜਿਨ੍ਹਾਂ ਵਿਅਕਤੀਆਂ ਦੇ ਅੰਦਰ ਆ ਜਾਂਦਾ ਹੈ ਤੇ ਉਹਨਾਂ ਦੀ ਅਵਸਥਾ ਮਹਾਰਾਜ ਕਹਿੰਦੇ ਉੱਚੀ ਹੋ ਜਾਂਦੀ। ਸਦਾ ਭੈ ਰਚਿਆ, ਵਾਹਿਗੁਰੂ ਦੇ ਭੈ ਦੇ ਵਿੱਚ ਜਿਹੜਾ ਸਦਾ ਰਹਿੰਦਾ ਹੈ, ਸ਼ਬਦ ਦੀ ਸਿੱਖਿਆ ਲੈ ਕਰਕੇ, ਉਹ ਅਸਲੀ ਬਰਾਗੀ ਹੈ ਭਾਈ। ਗੁਰ ਕੀ ਕਾਰ ਕਮਾਵੇ, ਤੇ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਉਂਦਾ ਰਹਿੰਦਾ ਹੈ, ਜੋ ਗੁਰੂ ਹੁਕਮ ਕਰਦਾ ਹੈ। ਏਕੋ ਚੇਤੈ ਮਨੁਆ ਨਾ ਡੋਲੇ, ਇੱਕ ਵਾਹਿਗੁਰੂ ਨੂੰ ਯਾਦ ਕਰਦਾ ਹੈ, ਮਨ ਉਹਦਾ ਡੋਲਦਾ ਨਹੀਂ। ਕਦੇ ਵੀ ਕਿਸੇ ਅਵਸਥਾ ਦੇ ਵਿੱਚ ਇੰਨੀ ਸਟੇਬਿਲਿਟੀ ਹੈ, ਇੰਨੀ ਸਥਿਰਤਾ ਹੈ, ਉਸ ਦਾ ਮਨ ਕਦੇ ਨਹੀਂ ਡੋਲਦਾ। ਗੁਰੂ ਪਿਆਰਿਓ, ਇਹ ਇਤਿਹਾਸਕ ਦਿਹਾੜੇ ਚੱਲ ਰਹੇ ਨੇ। 36 ਸਾਲ ਪਹਿਲਾਂ ਗੁਰੂ ਪਿਆਰਿਓ, ਜੋ ਇਹ ਐਸੀ ਹਿਰਦੇ ਵੇਤਕ ਗੁਰੂ ਪਿਆਰਿਓ, ਜੋ ਇਤਿਹਾਸਕ ਘਟਨਾ ਹੋਈ ਹੈ, ਜਿਸ ਦਾ ਦੁੱਖ ਆਪਾਂ ਕਦੇ ਵੀ ਭੁਲਾ ਨਹੀਂ ਸਕਦੇ। ਇਤਿਹਾਸ ਵੈਸੇ ਪੁਰਾਣਾ ਨਹੀਂ ਹੁੰਦਾ। ਇਤਿਹਾਸ ਦੀ ਇੱਕ ਕਹਾਵਤ ਅਸੀਂ ਪੜ੍ਹੀ ਸੀ ਅੰਗਰੇਜ਼ੀ ਭਾਸ਼ਾ ਦੇ ਵਿੱਚ, ਹਿਸਟਰੀ ਰਿਪੀਟਸ ਇਟਸੈਲਫ, ਵੀ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦ੍ਰਿੜ ਕਰਾਉਂਦਾ ਪਿਆਰਿਓ, ਕਦੇ ਪੁਰਾਣਾ ਨਹੀਂ ਹੁੰਦਾ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਅਸਲੀ ਬਰਾਗੀ ਉਹ ਆ, ਇੱਕ ਵਾਹਿਗੁਰੂ ਨੂੰ ਯਾਦ ਕਰਦਾ ਹੈ, ਉਸ ਦਾ ਮਨ ਕਦੇ ਵੀ ਡੋਲਦਾ ਨਹੀਂ। ਦੇਖਣ ਵਾਲੇ ਨੂੰ ਲੱਗਦਾ ਵੀ ਮੇਰੀ ਤਾਕਤ ਦੇ ਅੱਗੇ ਡੋਲ ਜਾਊਗਾ, ਪਰ ਨਹੀਂ, ਉਹ ਡੋਲਦਾ ਨਹੀਂ। ਗੁਰੂ ਪਿਆਰਿਓ, ਅੱਜ ਦਾ ਹੀ ਦਿਨ ਸੀ 1984 ਦੇ ਵਿੱਚ, 1 ਜੂਨ ਅੱਜ ਦਾ ਦਿਨ ਸੀ। ਤੇ ਅੱਜ ਦੇ ਦਿਨ ਪੰਜਾਬ ਦੇ ਵਿੱਚ, ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਰੇ ਪਾਸੇ ਗੁਰੂ ਪਿਆਰਿਓ ਫੌਜ ਦਾ ਕਬਜ਼ਾ ਸੀ। ਤੇ 3 ਜਿਹੜੇ ਵੱਡੇ ਫੌਜ ਦੇ ਆਪਣੇ ਜਨਰਲ ਸੀਗੇ, ਉਹਨਾਂ ਦੇ ਵਿੱਚ ਕੇ ਸੁੰਦਰ ਜੀ ਜਿਹੜਾ ਇੰਚਾਰਜ ਸੀਗਾ ਸਭ ਤੋਂ ਵੱਡਾ, ਜਿਹਦੇ ਹੱਥ ਇਹ ਸਾਰਾ ਪ੍ਰਬੰਧ ਸੀ, ਲਿਊਟੈਂਟ ਕਹਿੰਦੇ ਨੇ ਅੰਗਰੇਜ਼ੀ ਵਿੱਚ, ਲੈਫਟੀਨੈਂਟ ਕੇ ਸੁੰਦਰ ਜੀ। ਤੇ ਉਹਦਾ ਸਹਾਇਕ ਸੀਗਾ ਦੂਸਰਾ ਗੁਰੂ ਪਿਆਰਿਓ, ਤੇ ਲੈਫਟੀਨੈਂਟ ਰਣਜੀਤ ਦਇਆਲ, ਉਹ ਅਸਿਸਟੈਂਟ ਸੀ, ਸਹਾਇਕ ਸੀ ਨਾਲ। ਤੇ ਤੀਸਰਾ ਸੀ ਮੇਜਰ ਜਨਰਲ ਕੁਲਦੀਪ ਬਰਾੜ ਸੀਗਾ ਗੁਰੂ ਪਿਆਰਿਓ। ਇਹ ਤਿੰਨੇ ਇਕੱਠੇ ਹੋ ਕੇ DC ਦੇ ਕੋਲ ਗਏ, ਤੇ ਉਸ DC ਦਾ ਵੀ ਗੁਰੂ ਪਿਆਰਿਓ ਕਮਾਲ ਦਾ ਵਿਚਾਰ ਹੈ। ਅੱਜ ਵੀ ਉਹ ਸਹੀ ਸਲਾਮਤ ਨੇ DC ਸਾਹਿਬ, ਸਰਦਾਰ ਗੁਰਦੇਵ ਸਿੰਘ ਜੀ ਬਰਾੜ। ਤੇ ਉਹਨਾਂ ਦੇ ਦਫ਼ਤਰ ਗਏ ਜਿਸ ਵੇਲੇ ਅਸੀਂ ਹਿੰਦੁਸਤਾਨ ਦਾ ਕੌਂਸਟੀਟਿਊਸ਼ਨ ਪੜ੍ਹਦੇ ਹਾਂ, ਸੰਵਿਧਾਨ ਪੜ੍ਹਦੇ ਹਾਂ, ਤੇ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਕੋਈ ਵੀ ਐਕਸ਼ਨ ਕਰਨਾ ਹੋਵੇ ਫੌਜ ਨੇ, ਤੇ ਜ਼ਿਲ੍ਹੇ ਦਾ ਮਾਲਕ ਡਿਪਟੀ ਕਮਿਸ਼ਨਰ ਹੁੰਦਾ, DC ਹੁੰਦਾ ਹੈ, ਉਹਦੇ ਤੋਂ ਆਗਿਆ ਲੈਣੀ ਜ਼ਰੂਰੀ ਹੋਇਆ ਕਰਦੀ ਹੈ। ਇਹ ਸੰਵਿਧਾਨ ਦੇ ਵਿੱਚ ਲਿਖਿਆ, ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਵੀ ਅਪਰੂਵਲ ਫਰੋਮ ਦਾ ਡਿਪਟੀ ਕਮਿਸ਼ਨਰ ਇਜ਼ ਨੈਸੈਸਰੀ ਫॉर the army to take any action in the district। ਇਹ ਲਾਈਨਾਂ ਲਿਖੀਆਂ ਹੋਈਆਂ ਵੀ ਕੋਈ ਵੀ ਐਕਸ਼ਨ ਕਰਨਾ ਹੈ, ਕੋਈ ਵੀ ਕਾਰਜ ਕਰਨਾ, ਤੇ ਜਿਹੜਾ DC ਹੈ ਉਸ ਦਾ ਆਰਡਰ ਲੈਣਾ ਜ਼ਰੂਰੀ ਹੈ, ਹੁਕਮ ਲੈਣਾ ਜ਼ਰੂਰੀ ਹੈ। ਤੇ ਜਿਸ ਵੇਲੇ ਹੁਕਮ ਲੈਣ ਵਾਸਤੇ ਗਏ, ਕਹਿੰਦੇ ਜੀ ਸਾਨੂੰ 2 ਘੰਟੇ ਦੇ ਦਿਓ, 2 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਸਰੈਂਡਰ ਕਰ ਦੂਗਾ, ਤੇ ਉਹ ਡਰ ਜਾਊਗਾ, ਘਬਰਾ ਜਾਊਗਾ, ਆਪਣੇ ਬਚਨਾਂ ਤੋਂ ਥਿੜਕ ਜਾਊਗਾ, ਅਸੂਲਾਂ ਤੋਂ ਡਿੱਗ ਪਵੇਗਾ। ਇਹ ਗੱਲ ਉਹਨਾਂ ਆਖੀ। ਪਰ DC ਬਣਨਾ ਵੀ ਗੁਰੂ ਪਿਆਰਿਓ ਕੋਈ ਛੋਟੀ ਗੱਲ ਨਹੀਂ। ਉਹਨਾਂ ਦੇ ਮਨ 'ਚ ਭਾਵਨਾ ਸੀ ਗੁਰਦੇਵ ਸਿੰਘ ਹੋਰਾਂ ਦੇ। ਉਹਨਾਂ ਆਖਿਆ, ਬਰਾੜ ਸਾਹਿਬ, ਜਨਰਲ ਸਾਹਿਬ, ਉਹ ਸੰਤ ਜਰਨੈਲ ਸਿੰਘ ਐਸਾ ਨਹੀਂ, ਉਸ ਦੀ ਅਵਸਥਾ ਐਸੀ ਨਹੀਂ। ਅਸੀਂ ਉਹਨਾਂ ਦੀ ਅਵਸਥਾ ਨੂੰ ਤੱਕਿਆ, ਏਕੋ ਚੇਤੈ ਮਨੁਆ ਨਾ ਡੋਲੇ, ਉਹਦਾ ਮਨ ਡੋਲਣ ਵਾਲਾ ਨਹੀਂਗਾ। ਇਸ ਤਰ੍ਹਾਂ ਤੁਸੀਂ 2 ਘੰਟਿਆਂ ਦੀ ਗੱਲ ਕਰਦੇ ਹੋ, 2 ਘੰਟਿਆਂ ਵਿੱਚ ਕੁਝ ਬਣਨਾ ਨਹੀਂ, ਕੰਮ ਵਿਗੜ ਜ਼ਰੂਰ ਸਕਦਾ ਹੈ, 2 ਘੰਟਿਆਂ ਵਿੱਚ ਮਸਲਾ ਹੱਲ ਨਹੀਂ ਹੋ ਸਕਦਾ। ਤੇ ਅੱਗੋਂ ਬਰਾੜ ਨੂੰ ਮਾਣ ਸੀ ਗੁਰੂ ਪਿਆਰਿਓ ਆਪਣੀ ਤਾਕਤ ਫੌਜੀ ਦਾ, ਆਪਣੇ ਹਥਿਆਰਾਂ ਦਾ, ਕਿਉਂਕਿ ਹਥਿਆਰ ਵੱਡੇ ਤਾਕਤਵਰ ਸੀਗੇ, ਫੌਜ ਦੀ ਗਿਣਤੀ ਵੱਧ ਸੀ। ਤੇ ਕਹਿਣ ਲੱਗਾ, DC ਸਾਹਿਬ, ਇਹ ਤੁਸੀਂ ਭੁਲੇਖਾ ਛੱਡ ਦਿਓ। ਜਿਸ ਵੇਲੇ ਮਸ਼ੀਨ ਗੰਨਾਂ 'ਚੋਂ ਅੱਗ ਨਿਕਲਦੀ ਹੈ, ਤੋਪਾਂ ਤੇ ਟੈਂਕਾਂ ਦੀ ਗੜਗੜਾਹਟ ਹੁੰਦੀ ਹੈ,
ਤੇ ਵੱਡੇ ਵੱਡੇ ਜਿਹੜੇ ਤਾਕਤਵਰ ਨੇ ਉਹਨਾਂ ਦੇ ਦਿਲ ਕੰਬ ਜਾਂਦੇ ਨੇ, ਲੱਤਾਂ ਕੰਬਦੀਆਂ ਨੇ। ਇਹ ਗੱਲ ਆਖੀ ਤੇ ਅੱਗੋਂ ਇਸ ਅਵਸਥਾ ਦਾ ਮਾਲਕ ਨੇ ਸੰਤ ਜਰਨੈਲ ਸਿੰਘ ਜੀ, ਇੱਕੋ ਚੇਤੈ ਮਨੁਆ ਨਾ ਡੋਲੈ। ਇੱਕ ਵਾਹਿਗੁਰੂ ਦੀ ਬੰਦਗੀ ਹੈ ਗੁਰੂ ਪਿਆਰਿਓ, 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਸੀ ਸਨ। ਇਹ ਸਾਰੀ ਗੱਲ ਆਪਾਂ ਜੋ ਸਹਿਰਦ ਖਾਲਸਾ ਕਿਤਾਬ ਛਪੀ ਹੈ, ਇੱਥੇ ਬਾਹਰ ਲੱਗਿਆ ਹੋਇਆ ਸਟਾਲ ਵੀ, ਉਹਦੇ ਵਿੱਚ ਗੁਰੂ ਪਿਆਰਿਓ ਸਾਰੀ ਇਹ ਸਾਖੀ ਲਿਖੀ ਹੋਈ ਹੈ। ਜਨਰਲ ਆਪਣੇ DC ਗੁਰਦੇਵ ਸਿੰਘ ਬਰਾੜ ਦੀ ਗੱਲ ਸਾਰੀ ਉੱਥੇ ਲਿਖੀ ਹੋਈ ਹੈ। ਹੋਰ ਵੀ ਅਸੀਂ ਗ੍ਰੰਥਾਂ 'ਚ ਪੜ੍ਹੀ, ਪਰ ਅੱਜ ਗੁਰੂ ਪਿਆਰਿਓ ਉਹਦੇ ਵਿੱਚ ਇਹ ਸਾਰੀ ਸਾਖੀ ਅਸੀਂ ਅੰਮ੍ਰਿਤ ਵੇਲੇ ਤੜਕੇ ਵੇਖੀ ਸੀ ਕਿਤਾਬ ਦੇ ਵਿੱਚ, ਦੁਬਾਰਾ ਫੇਰ ਚੈੱਕ ਕਰਨ ਵਾਸਤੇ, ਤੇ ਉੱਥੇ ਇਹ ਸਾਰਾ ਕੁਝ ਲਿਖਿਆ ਹੋਇਆ। ਤੇ ਵੇਖੋ ਐਸੀ ਜਿਹੜੀ ਭਾਵਨਾ ਹੈ, ਉਹਨਾਂ ਦੀ ਸੋਚ ਇਹ ਸੀ ਵੀ ਉਹ ਘਬਰਾ ਜਾਏਗਾ। ਹੁਣ ਪਾਵਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈਰਾਨ ਹੋਈਦਾ ਗੁਰੂ ਪਿਆਰਿਓ, ਜਿੱਥੇ ਸੰਤ ਦੀ ਅਵਸਥਾ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਥੇ ਸੱਚੇ ਸਿਪਾਹੀ ਦੀ ਅਵਸਥਾ ਵੀ ਦੱਸੀ ਹੈ। ਹੁਣ ਸੰਤ ਬਾਰੇ ਸਾਨੂੰ ਪੁੱਛੇ ਵੀ ਸੰਤ ਕੌਣ ਹੈ, ਅਸੀਂ ਝੱਟ ਕਹਿ ਦਿੰਦੇ ਹਾਂ ਜੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ ਉਹ ਪੂਰਨ ਸੰਤ। ਤੇ ਜੇ ਪੁੱਛੇ ਵੀ ਜਿਹੜਾ ਅਸਲੀ ਸਿਪਾਹੀ ਹੈ, ਸੱਚਾ ਸੁੱਚਾ ਰੀਅਲ ਸੋਲਜਰ, ਉਹਦੀ ਆਇਡੈਂਟੀਟੀ ਕੀ ਹੈ, ਕੀ ਡੈਫੀਨੇਸ਼ਨ ਹੈ, ਕੀ ਉਸ ਦੀ ਪਛਾਣ ਹੈ, ਤੇ ਫਿਰ ਕੀ ਦੱਸਾਂਗੇ। ਜਿਸ ਗੱਲ ਨੂੰ ਗੁਰੂ ਪਿਆਰਿਓ ਤਿੰਨੇ ਹੀ ਹਿੰਦੁਸਤਾਨ ਦੀ ਆਰਮੀ ਦੇ ਵੱਡੇ ਜਰਨੈਲ ਵੀ ਪਛਾਣ ਨਹੀਂ ਸਕੇ, ਉਹ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸਦੇ ਨੇ ਵੀ ਲੋਕੋ ਭੁਲੇਖਾ ਨਾ ਖਾਇਓ। ਹਥਿਆਰਾਂ ਦੀ ਤਾਕਤ ਦੇ ਵੱਡੀ ਹੋਵੇ ਸਾਹਮਣੇ ਕਿਸੇ ਤਾਕਤਵਰ ਦੀ, ਤੇ ਜਿਹੜਾ ਸੂਰਮਾ ਹੁੰਦਾ ਡਰਦਾ ਨਹੀਂ ਹੁੰਦਾ, ਕਿਸੇ ਦੀ ਬਹੁਤੀ ਗਿਣਤੀ ਵੇਖ ਕੇ ਉਹ ਘਬਰਾਉਂਦਾ ਨਹੀਂ। ਉਹਦੀ ਅਵਸਥਾ ਕੀ ਹੁੰਦੀ ਹੈ ਜਦੋਂ ਜੰਗ ਮੈਦਾਨ ਦੇ ਵਿੱਚ ਹਥਿਆਰ ਚੱਲਦੇ ਨੇ, ਗੜਗੜਾਹਟ ਹੁੰਦੀ ਹੈ ਬੈਟਲ ਫੀਲਡ ਦੇ ਵਿੱਚ, ਜੰਗ ਮੈਦਾਨ ਦੇ ਵਿੱਚ ਤੋਪਾਂ ਟੈਂਕ ਚੱਲਦੇ ਨੇ, ਤੇ ਇੱਕ ਸੂਰਮੇ ਦੀ ਅਵਸਥਾ ਕੀ ਹੁੰਦੀ। ਅੱਜ ਗੁਰੂ ਪਿਆਰਿਓ ਸਾਰੇ ਆਪਾਂ ਯਾਦ ਕਰ ਲਈਏ, ਇੱਕੋ ਹੀ ਪੰਕਤੀ ਵਿੱਚ ਮਹਾਰਾਜ ਨੇ ਜਵਾਬ ਦੇ ਦਿੱਤਾ, ਕਹਿੰਦੇ ਖਾਲਸਾ ਜੀ ਰਣ ਦੇਖ ਸੂਰੇ ਚਿੱਤ ਉਲਾਸ। ਸੂਰਮੇ ਦੀ ਨਿਸ਼ਾਨੀ ਹੈ ਵੀ ਜਦੋਂ ਜੰਗ ਮੈਦਾਨ ਆਉਂਦਾ ਉਹਦੇ ਚਿੱਤ ਵਿੱਚ ਚਾਹ ਚੜ ਜਾਂਦਾ, ਮਨ ਦੇ ਵਿੱਚ ਗੁਰੂ ਖਾਲਸਾ ਜੀ ਖੁਸ਼ੀ ਆ ਜਾਂਦੀ ਹੈ, ਤੇ ਮਨ ਵਿੱਚ ਕਿਸੇ ਕਿਸਮ ਦਾ ਭੈ ਨਹੀਂ ਹੁੰਦਾ, ਚਾਹ ਚੜ ਜਾਂਦਾ। ਸਿਆਣੇ ਕਹਿੰਦੇ ਜਿੱਥੇ ਚਾਹ ਉੱਥੇ ਰਾਹ, ਐਸੀ ਭਾਵਨਾ ਅੰਦਰ ਬਣ ਜਾਂਦੀ ਹੈ। ਇਹ ਅਵਸਥਾ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਨੂੰ ਸਿਪਾਹੀ ਦੀ ਅਵਸਥਾ ਵੀ ਦੱਸਦੇ ਨੇ ਵੀ ਗੁਰੂ ਕੇ ਸਿੱਖੋ ਇਹ ਅਵਸਥਾ ਹੁੰਦੀ ਹੈ। ਜੰਗ ਮੈਦਾਨ ਵੇਲੇ ਉਹਨੂੰ ਹੋਰ ਕੋਈ ਇੱਛਾ ਨਹੀਂ ਰਹਿ ਜਾਂਦੀ, ਕੋਈ ਮਨ ਵਿੱਚ ਡਰ ਨਹੀਂ ਹੁੰਦਾ ਹੈ। ਧਾਵਤ ਵਰਜ ਰਹਾਵੇ, ਉਹ ਧਾਵਤ ਦਾ ਅਰਥ ਹੈ ਦੌੜਨ ਵਾਲੇ ਮਨ ਨੂੰ ਰੋਕ ਕੇ ਰੱਖਦਾ, ਇੱਕ ਪਾਸੇ ਉਸ ਦਾ ਧਿਆਨ ਲੱਗ ਜਾਂਦਾ ਹੈ। ਐਸੀ ਅਵਸਥਾ ਗੁਰੂ ਪਿਆਰਿਓ ਪ੍ਰਾਪਤ ਹੁੰਦੀ ਹੈ। ਇਹ ਅਵਸਥਾ ਹੈ, ਤੇ ਜਿਨ੍ਹਾਂ ਨੇ ਗੁਰੂ ਪਿਆਰਿਓ ਸੋਚਿਆ ਸੀ ਵੀ ਸ਼ਾਇਦ ਘਬਰਾ ਜਾਣਗੇ ਸੰਤ ਜੀ, ਉਹਨਾਂ ਦੇ ਨਾਲ ਦੇ ਯੋਧੇ, ਨਹੀਂ। ਅੱਜ ਗੁਰੂ ਪਿਆਰਿਓ 11 ਸਿੱਖਾਂ ਦਾ ਅੱਜ ਸ਼ਹੀਦੀ ਦਿਵਸ ਹੈ। 9 ਸ਼ਰਧਾਲੂ ਸਿੱਖ ਸੰਗਤਾਂ ਦੇ, ਤੇ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ, ਭਾਈ ਕਰਤਾਰ ਸਿੰਘ ਜੀ ਯੂਪੀ ਦਮਦਮੀ ਟਕਸਾਲ, ਸੋ ਉਹਨਾਂ ਦੀ ਸ਼ਹੀਦੀ ਹੈ ਅੱਜ, ਤੇ ਉਹਨਾਂ ਨੂੰ ਵੀ ਨਮਸਕਾਰ ਹੈ ਐਸੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਹੱਕ ਸੱਚ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ। ਸਹਿਜੇ ਮਾਤਾ ਸਦਾ ਰੰਗ ਰਾਤਾ, ਸੱਚੇ ਪਾਤਸ਼ਾਹ ਜੀ ਆਖਦੇ ਜਿਹੜਾ ਸਹਿਜੇ ਮਾਤਾ ਸਦਾ ਰੰਗ ਰਾਤਾ, ਤੇ ਬਰਾਗੀ ਉਹ ਆ ਸਹਿਜ ਵਿੱਚ ਮਸਤ ਹੋ ਗਿਆ, ਸਹਿਜ ਅਵਸਥਾ ਦਾ ਉਹਨੂੰ ਮਸਤੀ ਚੜ ਜਾਂਦੀ ਹੈ, ਰੰਗ ਵਿੱਚ ਰੱਤਿਆ ਰਹਿੰਦਾ ਹੈ। ਸਾਚੇ ਕੇ ਗੁਣ ਗਾਵੇ, ਸੱਚੇ ਵਾਹਿਗੁਰੂ ਦੇ ਗੁਣ ਗਾਉਂਦਾ। ਇਹ ਬਰਾਗੀ ਦੀਆਂ ਨਿਸ਼ਾਨੀਆਂ ਦੱਸੀਆਂ ਹਨ। ਮਨੁਆ ਪਾਉਣ ਬਿੰਦ ਸੁਖ ਵਾਸੀ, ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਨੇ ਸੁਖ ਵਾਸੀ, ਸੁੱਖਾਂ ਦਾ ਵਾਸੀ ਅਕਾਲ ਪੁਰਖ ਹੈ। ਉਹਦੇ ਵਿੱਚ ਬਿੰਦ ਦਾ ਅਰਥ ਹੈ ਮਾਲਵੇ ਦੀ ਬੋਲੀ ਹੈ ਬਿੰਦਕ ਜਿੰਨਾ, ਥੋੜਾ ਜਿਹਾ ਮਨ ਟਿਕ ਜਾਵੇ। ਮਨੁਆ ਪਾਉਣ ਦਾ ਅਰਥ ਹੈ ਹਵਾ, ਹਵਾ ਵਰਗਾ ਦੌੜਦਾ ਹੋਇਆ ਮਨ ਜੇ ਟਿਕ ਜਾਵੇ। ਨਾਮ ਵਸੈ ਸੁਖ ਪਾਈ, ਨਾਮ ਦੇ ਵਿੱਚ ਜੁੜ ਜਾਏ, ਉਹ ਸੁੱਖਾਂ ਦੇ ਵਾਸੀ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਜਾਏ ਹੈ ਭਾਈ, ਤੇ ਸੌਖੀ ਸੁੱਖ ਮਿਲਦੇ ਹਨ। ਫਿਰ ਜਿਹਬਾ ਨੇਤਰ ਸੋਤਰ ਸੱਚ ਰਾਤੇ, ਜਿਸ ਦਾ ਮਨ ਜੁੜ ਗਿਆ ਬਿੰਦਕ ਜਿੰਨਾ ਸਮਾਂ ਥੋੜਾ ਜਿਹਾ ਵੀ, ਉਹਦੀ ਜੇਬਾਂ ਵੀ ਰੰਗੀ ਜਾਂਦੀ ਹੈ, ਨੇਤਰ ਉਹਦੀ ਅੱਖਾਂ ਵੀ ਰੰਗੀਆਂ ਜਾਂਦੀਆਂ ਨੇ, ਸੋਤਰ ਉਸਦੇ ਕੰਨ ਵੀ ਰੰਗੇ ਜਾਂਦੇ ਹਨ। ਜਲ ਬੂਝੀ ਤੁਝੇ ਬੁਝਾਈ, ਇਹ ਵਾਹਿਗੁਰੂ ਪ੍ਰਮਾਤਮਾ ਉਸਦੀ ਜਿਹੜੀ ਜਲਨ ਸੀ ਬੁਝਾ ਦਿੱਤੀ ਅੰਦਰ,
ਤੇ ਤੂੰ ਹੀ ਬੁਝਾਈ ਹੈ, ਐਸੀ ਬਖਸ਼ਿਸ਼ ਤੂੰ ਹੀ ਓ ਕਰਨ ਵਾਲਾ ਹੈ। ਆਸ ਨਿਰਾਸ ਰਹਿ ਬੈਰਾਗੀ, ਆਸਾ ਦੁਨਿਆਵੀ ਆਸਾ ਛੱਡ ਕੇ ਨਿਰਾਸ਼ ਹੋ ਜਾਂਦਾ ਹੈ, ਤੇ ਐਸਾ ਜਿਹੜਾ ਐਸੀ ਅਵਸਥਾ ਵਿੱਚ ਰਹਿੰਦਾ ਹੈ ਉਹ ਬੈਰਾਗੀ ਹੈ ਭਾਈ। ਨਿਜ ਕਰ ਤਾੜੀ ਲਾਈ, ਤਾੜੀ ਨਾਮ ਸਮਾਧੀ ਦਾ ਹੈ, ਮੈਡੀਟੇਸ਼ਨ ਦਾ। ਕਹਿੰਦੇ ਉਹ ਆਪਣੇ ਨਿਜ ਘਰ ਸਵੈ ਸਰੂਪ ਦੇ ਵਿੱਚ ਸੁਰਤ ਜੋੜ ਲੈਂਦਾ ਹੈ। ਭਿਖਿਆ ਨਾਮ ਰੱਜੇ ਸੰਤੋਖੀ, ਭਿਖਿਆ ਨਾਮ ਰੱਜੇ, ਭਿਖਿਆ ਦੇ ਨਾਮ ਦੀ ਭਿਖਿਆ ਲੈ ਕੇ ਉਹਦੇ ਸਾਰੇ ਸਰੀਰ ਦੇ ਜਿਹੜੇ ਅੰਗ ਪ੍ਰਤੰਗ ਰੱਜ ਜਾਂਦੇ ਨੇ ਤੇ ਸੰਤੋਖੀ ਹੋ ਜਾਂਦਾ, ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਰਹਿੰਦੀ ਹੈ। ਅੰਮ੍ਰਿਤ ਸਹਿਜ ਪਿਆਈ, ਅੰਮ੍ਰਿਤ ਸਹਿਜ ਪਿਆਈ, ਸਹਿਜੇ ਆਪ ਵੀ ਅੰਮ੍ਰਿਤ ਪੀਂਦਾ, ਹੋਰਨਾਂ ਨੂੰ ਵੀ ਨਾਮ ਅੰਮ੍ਰਿਤ ਪਿਆਲਦਾ ਹੈ। ਦੁਬਿਧਾ ਵਿੱਚ ਬੈਰਾਗ ਨਾ ਹੋਵੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਸੰਤੋ ਮਹਾਤਮਾ ਜੀ ਦੁਬਿਧਾ ਛੱਡ ਦਿਓ, ਦੁਬਿਧਾ ਛੱਡੋ। ਤੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਆਪਾਂ ਸਾਰੇ ਪੜ੍ਹਦੇ ਸੁਣਦੇ ਰਹਿੰਦੇ ਆ, ਗੁਰੂ ਪਿਆਰਿਓ, ਹੋਏ ਇਕੱਤਰ ਮਿਲੋ ਮੇਰੀ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕਹਿੰਦੇ ਭਾਈ ਦੁਬਿਧਾ ਵਿੱਚ ਬਰਾਗ ਨਹੀਂ ਹੁੰਦਾ। ਜਬ ਲਗ ਦੂਜੀ ਰਾਈ, ਰਾਈ ਦਾ ਇੱਕ ਦਾਣਾ ਹੁੰਦਾ ਸਰੋਂ ਵਰਗੀ, ਗੁਰੂ ਪਿਆਰਿਓ ਔਲੀ ਸੀਡ ਹੁੰਦਾ ਹੈ। ਕਹਿੰਦੇ ਰਾਈ ਜਿੰਨਾ ਵੀ ਥੋੜੀ ਜਿੰਨੀ ਵੀ ਅੰਦਰ ਦੁਬਿਧਾ ਹੈ ਉਹਨਾਂ ਚਿਰ ਬਰਾਗ ਨਹੀਂ ਹੋਣਾ ਹੈ। ਸਭ ਜਗ ਤੇਰਾ ਤੂੰ ਏਕੋ ਦਾਤਾ, ਇਹ ਵਾਹਿਗੁਰੂ ਤੂੰ ਇੱਕੋ ਹੀ ਹੈ ਦਾਤਾ ਸਾਰਿਆਂ ਦਾ, ਸਾਰਾ ਜੱਗ ਵੀ ਤੇਰਾ ਹੈ। ਅਵਰ ਨਾ ਦੂਜਾ ਭਾਈ, ਇਹ ਭਾਈ ਹੋਰ ਕੋਈ ਵਾਹਿਗੁਰੂ ਵਰਗਾ ਹੈ ਨਹੀਂਗਾ। ਮਨ ਮੁਖ ਜੰਤ ਦੁਖ ਸਦਾ ਨਿਵਾਸੀ, ਮਨਮੁਖ ਜਿਹੜੇ ਜੰਤ ਹੁੰਦੇ ਆ ਉਹ ਦੁੱਖਾਂ ਦੇ ਵਿੱਚ ਹੀ ਨਿਵਾਸ ਕਰਦੇ ਆ। ਮਨਮੁਖ ਲੋਕ ਦੁੱਖ ਹੀ ਸਹਾਰਦੇ ਨੇ। ਦੋ ਸ਼ਬਦਾਂ ਤੋਂ ਬਣਿਆ, ਦੋ ਨਾਮ ਦੁਸਤਰ ਦਾ, ਖਾ ਨਾਮ ਸਹਾਰਨ ਦਾ, ਖਵਣ ਦਾ। ਦੋ ਸ਼ਬਦਾਂ ਤੋਂ ਇੱਕ ਸ਼ਬਦ ਬਣਾਤਾ ਦੁੱਖ। ਜਿਸ ਚੀਜ਼ ਨੂੰ ਸਹਾਰਨਾ ਔਖਾ ਹੋਵੇ ਉਹਨੂੰ ਦੁੱਖ ਕਹਿੰਦੇ ਨੇ। ਦੋ ਨਾਮ ਦੁਸ਼ਤਰ, ਖਾ ਨਾਮ ਖਵਣ, ਸੰਸਕ੍ਰਿਤ ਦੇ ਦੋ ਹੀ ਸ਼ਬਦ ਨੇ। ਵੀ ਜਿਸ ਚੀਜ਼ ਨੂੰ ਟੋਲਰੇਟ ਕਰਨਾ ਡਿਫੀਕਲਟ ਹੋਵੇ ਦੈਟ ਇਜ਼ ਕਾਲਡ ਦੁੱਖ, ਉਹਨੂੰ ਦੁੱਖ ਕਿਹਾ ਜਾਂਦਾ। ਸੋ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਮਨਮੁਖ ਜਿਹੜੇ ਉਹਨਾਂ ਦੀ ਦੁੱਖਾਂ ਵਿੱਚ ਹੀ ਬੀਤਦੀ ਹੈ। ਗੁਰਮੁਖ ਦੇ ਵਡਿਆਈ, ਤੇ ਗੁਰਮੁਖਾਂ ਨੂੰ ਮਹਾਰਾਜ ਨਾਮ ਦੀ ਵਡਿਆਈ ਦੇ ਦਿੰਦਾ। ਫਿਰ ਹਰ ਤਰ੍ਹਾਂ ਦੀ ਮੁਸ਼ਕਲ ਦਾ ਉਹ ਸਾਹਮਣਾ ਕਰਦੇ ਨੇ ਤੇ ਉਹਨਾਂ ਦੀ ਭਾਵਨਾ ਜਿਹੜੀ ਹੈ ਬਹੁਤ ਵੱਡੀ ਬਣ ਜਾਂਦੀ ਹੈ। ਅਪਰ ਅਪਾਰ ਅਗੰਮ ਅਗੋਚਰ, ਉਹ ਵਾਹਿਗੁਰੂ ਅਪਰ ਪਾਰਾਵਾਰ ਤੋਂ ਪਰੇ ਹੈ, ਅਪਾਰ ਬੇਅੰਤ ਹੈ, ਅਗੰਮ ਜਿੱਥੇ ਤੱਕ ਪਹੁੰਚ ਨਾ ਹੋਵੇ, ਗਮਤਾ ਨਾ ਹੋਵੇ। ਅਗੋਚਰ, ਗੋਚਰ ਨਾਮ ਸਰੀਰ ਦੇ ਅੰਗਾਂ ਨੂੰ ਕਹਿੰਦੇ ਨੇ, ਤੇ ਐੜਾ ਅੱਗੇ ਲਾ ਕੇ ਅਗੋਚਰ, ਉਹ ਹੱਥਾਂ ਪੈਰਾਂ ਅੱਖਾਂ ਕੰਨ ਮੂੰਹ ਨੱਕ ਦੀ ਪਕੜ ਵਿੱਚ ਨਹੀਂ ਆਉਂਦਾ। ਕਹਿਣਾ ਕੀਮ ਨਾ ਪਾਈ, ਕਹਿਣ ਦੇ ਨਾਲ ਉਸ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਜਾ ਸਕਦੀ ਭਾਈ। ਸੁਨ ਸਮਾਦ ਮਹਾ ਪਰਮਾਰਥ, ਸੁਨ ਸਮਾਦ ਮਹਾ ਪਰਮਾਰਥ, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਮਹਾ ਪਰਮਾਰਥ, ਪਰਮ ਅਰਥ, ਸਭ ਤੋਂ ਵੱਡਾ ਤੱਤ ਸਰੂਪ ਹੈ ਵਾਹਿਗੁਰੂ ਅਕਾਲ ਪੁਰਖ, ਪਰਮ ਸਿਧਾਂਤ ਹੈ ਉਹ ਪਰਮਾਤਮਾ। ਤੇ ਸੁਨ ਸਮਾਦ, ਜਿਸ ਵੇਲੇ ਉਸ ਦੇ ਵਿੱਚ ਕਿਸੇ ਦੀ ਸਮਾਧੀ ਲੱਗ ਜਾਵੇ ਤੇ ਮਨ ਸੁੰਨ ਹੋ ਜਾਂਦਾ, ਫੁਰਨਿਆਂ ਤੋਂ ਬਿਨਾਂ ਰਹਿ ਹੋ ਜਾਂਦਾ ਹੈ, ਕਿਸੇ ਕਿਸਮ ਦਾ ਕੋਈ ਫੁਰਨਾ ਨਹੀਂ ਰਹਿ ਜਾਂਦਾ। ਤੀਨ ਭਵਨ ਪਤ ਨਾਮੰ, ਉਹ ਤਿੰਨਾਂ ਭਵਨਾਂ ਦਾ ਪਤੀ ਮਾਲਕ ਹੈ, ਉਸ ਦਾ ਨਾਮ ਹੈ ਤਿੰਨਾਂ ਭਵਨਾਂ ਦਾ ਮਾਲਕ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਉਸ ਦਾ ਕੋਈ ਨਾਮ ਜਪਦਾ ਹੈ। ਮਸਤਕ ਲੇਖ ਜੀਆ ਜਗ ਜੋਨੀ, ਸੱਚੇ ਪਾਤਸ਼ਾਹ ਜੀ ਆਖਦੇ ਜਗਤ ਦੇ ਵਿੱਚ ਜਿੰਨੇ ਵੀ ਜੂਨੀਆਂ ਭੋਗ ਰਹੇ ਜੀਵ ਨੇ, ਇਹਨਾਂ ਦੇ ਮਸਤਕ ਤੇ ਲੇਖ ਉਸੇ ਦਾ ਹੀ ਲਿਖਿਆ ਹੋਇਆ ਹੈ। ਸਿਰ ਸਿਰ ਲੇਖ ਸਹਾਮੰ, ਸਿਰ ਬਸਿਰ ਲੇਖ ਲਿਖਿਆ ਹੋਇਆ, ਉਸ ਦੇ ਅਨੁਸਾਰ ਹੀ ਸਹਾਰਦੇ ਨੇ ਦੁੱਖ ਸੁੱਖ। ਕਰਮ ਸੋ ਕਰਮ ਕਰਾਏ ਆਪੇ, ਤੇ ਵਾਹਿਗੁਰੂ ਤੂੰ ਆਪ ਹੀ ਚੰਗੇ ਕਰਮ ਤੇ ਆਪ ਹੀ ਸੋਹਣੇ ਕਰਮ, ਕਰਮਾਂ ਤੋਂ ਵੀ ਵਧੀਆ ਕਰਮ ਕਰਾਉਣਾ, ਤੇ ਸਧਾਰਨ ਕਰਮ ਵੀ ਤੇ ਅਸਧਾਰਨ ਕਰਮ ਵੀ। ਆਪੇ ਭਗਤ ਦ੍ਰਿੜਾਮੰ, ਵਾਹਿਗੁਰੂ ਤੂੰ ਆਪ ਹੀ ਭਗਤੀ ਦ੍ਰਿੜ ਕਰਾਉਣਾ, ਡਿਟਰਮਨ ਕਰਾਉਣਾ, ਮਨ ਦੇ ਵਿੱਚ ਪੱਕੀ ਕਰਾ ਦਿੰਨਾ। ਮਨ ਮੁਖ ਝੂਠ ਲਹੈ ਭੈ ਮਾਨੰ, ਹਾਂ ਸੱਚੇ ਪਾਤਸ਼ਾਹ ਜੀ ਆਖਦੇ ਨੇ ਮਨ ਮੁਖ, ਨੰਨੇ ਨੂੰ ਸਿਹਾਰੀ ਹੋਣ ਕਰਕੇ ਵੱਖਰਾ ਵੱਖਰਾ ਪਾਠ ਜਿਵੇਂ ਭਾਈ ਸਾਹਿਬ ਹੋਰਾਂ ਕਰਿਆ। ਮਨ ਮੁਖ ਝੂਠ ਲਹੈ ਭੈ ਮਾਨ, ਮਨ ਕਰਕੇ ਵੀ ਮੁਖ ਤੋਂ ਵੀ ਝੂਠ ਲੈ ਜਾਂਦੀ ਹੈ। ਜਿਸ ਵੇਲੇ ਕੋਈ ਵਾਹਿਗੁਰੂ ਦੇ ਭੈ ਨੂੰ ਮੰਨਦਾ, ਵਾਹਿਗੁਰੂ ਦੇ ਭੈ ਵਿੱਚ ਰਹਿੰਦਾ ਹੈ। ਆਪੇ ਗਿਆਨ ਅਗਾਮੰ, ਇਹ ਵਾਹਿਗੁਰੂ
ਵਾਹਿਗੁਰੂ ਆਗਾਮੰ ਗਮਤਾ ਤੋਂ ਰਹਿਤ ਵਾਹਿਗੁਰੂ ਤੂੰ ਆਪ ਹੀ ਗਿਆਨ ਸਰੂਪ ਹੈ। ਜਦੋਂ ਤੇਰਾ ਕੋਈ ਭੈ ਮੰਨ ਲਵੇ, ਤੈਨੂੰ ਵੱਡਾ ਸਮਝੇ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾਮ, ਤੇ ਫਿਰ ਮਨ ਦੀ ਵੀ ਝੂਠ ਲੈ ਜਾਂਦੀ ਹੈ, ਮੂੰਹ ਦੇ ਵਿੱਚ ਵੀ ਕੋਈ ਝੂਠ ਨਹੀਂ ਰਹਿੰਦੀ, ਮੂੰਹ ਵੀ ਪਵਿੱਤਰ ਹੋ ਜਾਂਦਾ। ਜਿਨ ਚਾਖਿਆ ਸੇਈ ਸਾਧ ਜਾਣਨ। ਸੱਚੇ ਪਾਤਸ਼ਾਹ ਜੀ ਆਖਦੇ ਨੇ ਵੀ ਜਿਨ੍ਹਾਂ ਨੇ ਚੱਖਿਆ ਵਾਹਿਗੁਰੂ ਦੇ ਨਾਮ ਨੂੰ, ਨਾਮ ਜਪਿਆ, ਉਹੀ ਇਸ ਸਵਾਦ ਨੂੰ ਜਾਣਦੇ ਹਨ। ਜਿਉ ਗੂੰਗੇ ਮਿਠਿਆਈ। ਜਿਉਂ ਗੂੰਗੇ ਮਿਠਿਆਈ। ਮਿਠਿਆਈ ਸ਼ਬਦ ਗੁਰਬਾਣੀ ਚ ਆਉਂਦਾ ਗੁਰੂ ਪਿਆਰਿਓ, ਮੰਮੇ ਨੂੰ ਸਿਹਾਰੀ ਨਾਲ। ਉਂਝ ਆਪਾਂ ਮਠਿਆਈ ਬੋਲਦੇ ਨਾ ਆਮ, ਇਸ ਕਰਕੇ ਧਿਆਨ ਰੱਖਣਾ ਉਚਾਰਨ ਕਰਨ ਵੇਲੇ ਮਿਠਿਆਈ। ਤੇ ਸੱਚੇ ਪਾਤਸ਼ਾਹ ਜੀ ਆਖਦੇ ਜਿਵੇਂ ਗੂੰਗੇ ਦੀ ਖਾਧੀ ਹੋਈ ਮਠਿਆਈ ਦਾ ਸਵਾਦ ਉਹ ਐਕਸਪਲੇਨ ਨਹੀਂ ਕਰ ਸਕਦਾ, ਵਿਆਖਿਆ ਦੇ ਵਿੱਚ ਨਹੀਂ ਕਰ ਸਕਦਾ, ਉਹਦੀ ਖੁਸ਼ੀ ਤੋਂ ਪਤਾ ਲੱਗਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਇਸ ਤਰ੍ਹਾਂ ਨਾਮ ਜਪਣ ਵਾਲਿਆਂ ਦੀ ਚਿਹਰੇ ਦੀ ਪ੍ਰਸੰਨਤਾ ਤੋਂ ਜ਼ਰੂਰ ਪਤਾ ਲੱਗਦਾ ਵੀ ਇਹ ਨਾਮ ਜਪਦੇ ਹੋਣਗੇ, ਪਰ ਪੂਰੀ ਤਰ੍ਹਾਂ ਗੁਰੂ ਪਿਆਰਿਓ ਉਸ ਸਵਾਦ ਨੂੰ ਅਸੀਂ ਨਹੀਂ ਜਾਣ ਸਕਦੇ, ਉਹੀ ਜਾਣਦੇ ਜਿਨ੍ਹਾਂ ਨੇ ਆਨੰਦ ਮਾਣਿਆ। ਕਥੈ ਕਾ ਕਿਆ ਕਥੀਐ ਭਾਈ। ਉਹ ਵਾਹਿਗੁਰੂ ਅਕਥ ਹੈ, ਕਥਨ ਤੋਂ ਪਰੇ ਹੈ, ਕੀ ਕਹਿ ਕੇ ਦੱਸੀਏ ਅਸੀਂ। ਚਾਲੋ ਸਦਾ ਰਜਾਈ। ਬਸ ਇੱਕ ਤਰੀਕਾ ਨੁਕਤਾ ਆ ਵੀ ਉਸ ਦੀ ਰਜਾ ਦੇ ਵਿੱਚ ਚੱਲੋ, ਰਜਾਈ ਰਜਾ ਦਾ ਜਿਹੜਾ ਮਾਲਕ, ਉਸ ਦੇ ਹੁਕਮ ਵਿੱਚ ਚੱਲੋ ਜੀ। ਗੁਰਦਾਤਾ ਮੇਲੇ ਤਾਂ ਮਤ ਹੋਵੇ। ਗੁਰੂ ਦਾਤਾ ਹੈ, ਜੇ ਸਾਨੂੰ ਮੇਲ ਦੇਵੇ ਉਸ ਵਾਹਿਗੁਰੂ ਨਾਲ ਤਾਂ ਮੱਤ ਆ ਸਕਦੀ ਹੈ। ਨਿਗੁਰੇ ਮਤ ਨਾ ਕਾਈ। ਨਗੁਰੇ ਬੰਦੇ ਨੂੰ ਕਦੇ ਮੱਤ ਨਹੀਂ ਆਉਣੀ, ਤੇ ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਤੇ ਨਗੁਰੇ ਬੰਦੇ ਨੂੰ ਉਹ ਅਕਲ ਨਹੀਂ ਆਉਣੀ ਜਿਹੜੀ ਵਾਹਿਗੁਰੂ ਨੂੰ ਮਿਲਣ ਵਾਲੀ ਹੈ। ਜਿਉ ਚਲਾਏ ਤਿਉ ਚੱਲੈ ਭਾਈ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਉਵੇਂ ਚੱਲਦੇ ਹਾਂ ਸੰਤੋ ਮਹਾਤਮੋ, ਜਿਵੇਂ ਪਰਮਾਤਮਾ ਸਾਨੂੰ ਚਲਾਉਂਦਾ। ਉਹ ਆਪਣੀ ਸਲਾਹ ਦਿੰਦੇ ਸੀ ਗੁਰੂ ਸਾਹਿਬ ਜੀ ਨੂੰ। ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਆਪਣੀ ਮੱਤ ਦੇ ਨਾਲ ਨਹੀਂ ਚੱਲਦੇ, ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਚੱਲਦੇ ਹਾਂ। ਹੋਰ ਕਿਆ ਕੋ ਕਰੇ ਚਤੁਰਾਈ। ਹੋਰ ਕੀ ਕੋਈ ਚਤਰਾਈ ਕਰ ਸਕਦਾ, ਕੋਈ ਕਲੈਵਰਨੈਸ ਨਹੀਂ, ਕੋਈ ਚਲਾਕੀ ਨਹੀਂ ਵਾਹਿਗੁਰੂ ਦੇ ਅੱਗੇ ਚੱਲਦੀ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ। ਇੱਕ ਕੱਕੇ ਨੂੰ ਸਿਹਾਰੀ ਹੈ, ਇਸ ਦਾ ਅਰਥ ਬਹੁਤ ਬਚਨ ਆ ਜਾਂਦਾ ਹੈ ਭਈ ਕਈ ਬੰਦੇ ਭਗਤੀ ਵਿੱਚ ਭਰਮ ਦੇ ਵਿੱਚ ਭੁੱਲੇ ਹੀ ਫਿਰਦੇ ਨੇ। ਇੱਕ ਇਹੋ ਜਿਹੇ ਵੀ ਨੇ ਜਿਹੜੇ ਭਗਤੀ ਵਿੱਚ ਰੰਗੇ ਗਏ ਨੇ। ਇਹ ਵਾਹਿਗੁਰੂ ਤੇਰਾ ਕੌਤਕ ਹੈ। ਤੇਰਾ ਖੇਲ ਅਪਾਰਾ। ਤੇਰਾ ਖੇਲ ਵੀ ਬੇਅੰਤ ਹੈ, ਤੂੰ ਆਪ ਵੀ ਬੇਅੰਤ ਹੈ। ਜਿਤ ਤੁਧ ਲਾਏ ਤੇਹਾ ਫਲ ਪਾਇਆ। ਜਿੱਧਰ ਤੂੰ ਲਾਉਂਦਾ ਹੈ ਉਹੋ ਜਿਹਾ ਫਲ ਮਿਲ ਜਾਂਦਾ ਹੈ। ਤੂੰ ਹੁਕਮ ਚਲਾਵਣ ਹਾਰਾ। ਤੂੰ ਆਪਣੇ ਹੁਕਮ ਦੇ ਵਿੱਚ ਚਲਾਉਣ ਵਾਲਾ। ਇਸ ਤਰ੍ਹਾਂ ਦਾ ਪਿਆਰ ਅਕਾਲ ਪੁਰਖ ਨਾਲ ਲੱਗਣਾ ਚਾਹੀਦਾ ਹੈ ਵੀ ਵਾਹਿਗੁਰੂ ਤੂੰ ਸਭ ਕੁਛ ਹੈ, ਮੇਰੇ ਹਰ ਜੀਓ ਸਭ ਕੋ ਤੇਰਾ ਵਸ। ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕ ਹੈ, ਜਿਉ ਭਾਵੈ ਤਿਵੈ ਬਖਸ਼। ਇਸ ਤਰ੍ਹਾਂ ਦੀ ਅਵਸਥਾ ਬਣਾਓ ਜੀ। ਸੇਵਾ ਕਰੀ ਜੇ ਕਿਛ ਹੋਵੇ ਆਪਣਾ। ਤੇ ਜੇ ਸੇਵਾ ਕਰਕੇ ਵੀ ਇਸ ਤਰ੍ਹਾਂ ਦੀ ਭਾਵਨਾ ਹੋਵੇ, ਮਹਾਰਾਜ ਮੈਂ ਤੇਰੀ ਸੇਵਾ ਤਾਂ ਹੀ ਕਰ ਸਕਾਂ ਜੇ ਮੇਰਾ ਕੁਝ ਹੋਗਾ। ਮੇਰੇ ਹੱਥ ਨਹੀਂ, ਮੇਰੇ ਪੈਰ ਨਹੀਂ, ਮੇਰਾ ਸਰੀਰ ਨਹੀਂ, ਪਤਾ ਨਹੀਂ ਕਿਹੜੇ ਵੇਲੇ ਜਵਾਬ ਦੇ ਜਾਣਾ। ਇੱਕ ਛਿਨ ਦੇ ਵਿੱਚ ਇਸ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਤੇ ਮੈਂ ਤੇ ਤਾਂ ਹੀ ਤੇਰੀ ਸੇਵਾ ਕਰਾਂ ਜੇ ਮੇਰੇ ਵਿੱਚ ਤਾਕਤ ਹੋਵੇ। ਜੀਓ ਪਿੰਡ ਤੁਮਾਰਾ। ਜੀਓ ਮੇਰਾ ਜੀਵਾਤਮਾ, ਪਿੰਡ ਮੇਰਾ ਸਰੀਰ ਆ, ਬਾਹਰੀ ਸਰੀਰ ਜਿਹੜਾ ਸਾਰਾ ਕੁਝ ਤੇਰਾ ਹੀ ਹੈ। ਸਤਿਗੁਰ ਮਿਲਿਆ ਕਿਰਪਾ ਕੀਨੀ। ਸਤਿਗੁਰੂ ਜਿਸ ਵੇਲੇ ਮਿਲਦਾ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਨਾਮ ਆਧਾਰਾ। ਫਿਰ ਅੰਮ੍ਰਿਤ ਦੇ ਨਾਮ ਦਾ ਆਸਰਾ ਮਿਲ ਜਾਂਦਾ। ਅੰਮ੍ਰਿਤ ਨਾਮ ਜਿਹੜਾ ਵਾਹਿਗੁਰੂ ਪ੍ਰਮਾਤਮਾ ਦਾ ਹੈ, ਸਾਰੇ ਸਵਾਦਾਂ ਤੋਂ ਮਹਾਨ ਸਵਾਦ ਹੈ ਤੇ ਐਸਾ ਸਾਰੇ ਦੁੱਖਾਂ ਤੋਂ ਰਹਿਤ ਕਰਨ ਵਾਲਾ, ਉਸ ਦਾ ਜਿਸ ਵੇਲੇ ਆਸਰਾ ਮਿਲ ਜਾਂਦਾ ਹੈ। ਗਗਨ ਅੰਤਰ ਵਾਸਿਆ ਗੁਣ ਪਰਗਾਸਿਆ। ਸੱਚੇ ਪਾਤਸ਼ਾਹ ਜੀ ਆਖਦੇ ਵਾਹਿਗੁਰੂ ਦੇ ਗੁਣਾਂ ਦਾ ਪ੍ਰਕਾਸ਼ ਕਰੋ ਆਪਣੇ ਅੰਦਰ। ਪਰਮਾਤਮਾ ਦੇ ਜਿਹੜੇ ਗੁਣ ਨੇ ਨਾ, ਉਹਦੇ ਗੁਣ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਵਾਹਿਗੁਰੂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਆਪਣੇ ਅੰਦਰ ਸਮਝਣ ਦਾ ਯਤਨ ਕਰੋ। ਫਿਰ ਗਗਨ ਅੰਤਰ ਵਾਸਿਆ, ਗਗਨ ਦੇ ਅੰਦਰ ਜੋ ਆਕਾਸ਼ ਦੇ ਵਿੱਚ ਵੀ ਵਸਦਾ ਵਾਹਿਗੁਰੂ। ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਲਸ ਤੋਂ ਹੀ ਥਲਸ ਤੋਂ ਹੀ, ਜਿਮੀ ਤੋਂ ਹੀ ਜਮਾ ਤੋਂ ਹੀ, ਮਕੀ ਤੋਂ ਹੀ ਮਕਾ ਤੋਂ ਹੀ, ਤੋਹੀ 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 ਤੋਹੀ। ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਕਾਲ ਉਸਤਤ ਦੇ ਵਿੱਚ ਬਚਨ ਕਰਦੇ ਨੇ, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹਰ ਥਾਂ ਤੇ ਵਸਦਾ, ਜਿਸ ਵੇਲੇ ਉਹਦੇ ਗੁਣਾਂ ਨੂੰ ਅਸੀਂ ਆਪਣੇ ਅੰਦਰ ਪ੍ਰਗਟ ਕਰਦੇ ਹਾਂ
ਤੇ ਫਿਰ ਐਸੀ ਅਵਸਥਾ ਆਉਂਦੀ ਹੈ ਗਗਨੰਤਰ ਵਾਸਿਆ। ਉਸ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਸਾਡਾ ਵੀ ਵਾਸਾ ਹੋ ਜਾਂਦਾ ਹੈ, ਉਹਦੀ ਸਾਨੂੰ ਸੋਝੀ ਆ ਜਾਂਦੀ ਹੈ। ਗੁਣ ਪਰਗਾਸਿਆ, ਗੁਣ ਪ੍ਰਗਾਸਿਆ, ਜਦੋਂ ਅਸੀਂ ਉਹਦੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰਦੇ ਹਾਂ ਤੇ ਗਗਨੰਤਰ ਵਾਸਿਆ, ਜਿਹੜਾ ਆਕਾਸ਼ ਵਿੱਚ ਵੀ ਵਸਦਾ, ਸਾਰੀਆਂ ਜਗ੍ਹਾ ਤੇ ਵਸਦਾ ਹੈ। ਗੁਣ ਮਹਿ ਗਿਆਨ ਤੇ ਆਨੰਦ, ਤੇ ਉਹ ਗਿਆਨ ਤੇ ਧਿਆਨ ਗੁਣ ਮੈਂ, ਉਸ ਦੇ ਗੁਣਾਂ ਦੇ ਵਿੱਚੋਂ ਹੀ ਗਿਆਨ ਧਿਆਨ ਆਉਣਾ ਭਾਈ। ਗੁਣਾਂ ਦੇ ਵਿੱਚੋਂ ਹੀ ਉਸ ਅਕਾਲ ਪੁਰਖ ਨੇ ਸਾਡੇ ਅੰਦਰ ਪ੍ਰਗਟ ਹੋਣਾ। ਗੁਣ ਪ੍ਰਗਾਸਿਆ, ਗੁਣਾਂ ਦੇ ਜਪਿਆਂ ਹੀ ਉਸ ਨੇ ਪ੍ਰਗਟ ਹੋਣਾ ਹੈ। ਨਾਮ ਮਨ ਭਾਵੈ ਕਹੈ ਕਹਾਵੈ, ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਨਾਮ ਜਪਣ ਲੱਗਦਾ ਉਹਨੂੰ ਚੰਗਾ ਲੱਗਦਾ ਹੈ, ਆਪ ਵੀ ਕਹਿੰਦਾ ਹੋਰਨਾਂ ਤੋਂ ਵੀ ਅਖਵਾਉਂਦਾ ਹੈ। ਤਤੋ ਤਤ ਵਖਾਨੰ, ਤਤ ਹੀ ਤਤ ਦੀ ਉਹ ਵਿਆਖਿਆ ਕਰਦਾ, ਕੇਵਲ ਅਸਲੀਅਤ ਦੀ ਵਿਆਖਿਆ ਕਰਦਾ, ਕੋਈ ਨਕਲੀ ਚੀਜ਼ ਦੀ ਵਿਆਖਿਆ ਨਹੀਂ ਕਰਦਾ। ਰਿਐਲਿਟੀ ਇਜ਼ ਰਿਐਲਿਟੀ, ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ, ਸੱਚ ਤੇ ਸੱਚ ਹੈ ਗੁਰੂ ਪਿਆਰਿਓ, ਕੈਨ ਨਾਟ ਬੀ ਚੇਂਜਡ, ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਹੀ ਉਹ ਤੱਤ ਦੀ ਵਿਆਖਿਆ ਕਰਦਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਗਹਿਰ ਗੰਭੀਰਾ ਵਾਹਿਗੁਰੂ ਦਾ ਨਾਮ ਹੈ। ਉਹ ਵਾਹਿਗੁਰੂ ਗਹਿਰ ਬੜਾ ਡੂੰਘਾ ਗੰਭੀਰ ਨਿਰਹਲ ਹੈ ਤੇ ਗੁਰੂ ਪੀਰ ਦੇ ਸ਼ਬਦ ਦੁਆਰਾ ਉਸ ਦੇ ਨਾਲ ਜੁੜਿਆ ਜਾਂਦਾ ਹੈ। ਬਿਨ ਸ਼ਬਦੈ ਜਗ ਬਉਰਾਨੰ, ਤੇ ਗੁਰੂ ਸ਼ਬਦ ਤੋਂ ਬਿਨਾ ਬੰਦਾ ਝੱਲਾ ਰਹਿੰਦਾ, ਦੁਬਦਾ ਕਰਕੇ ਇਹ ਸ਼ਦਾਈ ਹੋਇਆ ਰਹਿੰਦਾ ਹੈ। ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚੇ ਪਾਤਸ਼ਾਹ ਜੀ ਆਖਦੇ ਨੇ ਸਹਿਜ ਸੁਭਾਗੀ, ਜਿਹੜਾ ਸਹਿਜ ਅਵਸਥਾ ਵਿੱਚ ਜੁੜ ਜਾਂਦਾ, ਸੁਭਾਗੀ ਚੰਗੇ ਭਾਗਾਂ ਵਾਲਾ, ਉਹਨੂੰ ਹੀ ਅਸੀਂ ਪੂਰਾ ਬਰਾਗੀ ਕਹਿ ਸਕਦੇ ਹਾਂ। ਸੱਚ ਨਾਨਕ ਮਨ ਮਾਨੰ, ਸੱਚੇ ਨਾਮ ਦੇ ਵਿੱਚ ਜਿਸ ਦਾ ਮਨ ਮੰਨ ਗਿਆ। ਇਹ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਸਿੱਖ ਸੰਗਤਾਂ ਬਖਸ਼ਣਹਾਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਦਾ ਦਰਬਾਰ ਬਖਸ਼ਣਹਾਰ ਨੇ। ਸਤਿਗੁਰੂ ਜੀ ਬਖਸ਼ ਲੈਣ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਨ੍ਹਾਂ ਨੇ ਇਸ ਨਚੀਜ ਕੀਟ ਨੂੰ ਸਮਾਂ ਬਖਸ਼ਿਆ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਜਗਤਾਰ ਸਿੰਘ ਜੀ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜਿਆ ਹੈ। ਹੋਈ ਭੁੱਲ ਚੁੱਕ ਦੀ ਸ਼ਿਮਾ। ਆਓ ਦੋ ਪੰਕਤੀਆਂ ਪੜ੍ਹ ਕੇ ਇੱਥੇ ਹੀ ਫਤਿਹ ਬੁਲਾਈਏ ਜੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ, ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।